ਅੱਜ ਆਪਾਂ 8ਵੀਂ ਪੌੜੀ ਜਿਹੜੀ ਆਸਾ ਦੀ ਵਾਰ ਹੈ ਉਹ ਲੈ ਰਹੇ ਹਾਂ ਜੀ। ਮਹਾਰਾਜ ਮਿਹਰ ਕਰਨ। ਇਹ ਅੰਗ 467 467 ਸ਼ਲੋਕ ਮਹਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ। ਪੁਰਖ ਕਹਿੰਦੇ ਨੇ ਜਿਹੜੇ ਇਨਸਾਨ, ਬਿਰਖ ਕਹਿੰਦੇ ਆ ਜਿਹੜੇ ਹੈ ਵੈਜੀਟੇਸ਼ਨ ਦਰਖਤ, ਤੀਰਥ ਤੱਟ ਨਦੀ ਦੇ, ਮੇਘ ਬੱਦਲ ਖੇਤ, ਦੀਪਾਂ ਲੋਆਂ ਮੰਡਲਾਂ ਦੀਪ ਜਿਹੜੇ ਕੰਟੀਨੈਂਟਲ ਦੀਪ ਜਿਹੜੇ ਹੁੰਦੇ ਆ, ਜਿਹੜੇ ਸਮੁੰਦਰ ਦੇ ਵਿੱਚ ਜਿਹੜੇ ਹੈ ਚਾਰੋਂ ਪਾਸੇ ਪਾਣੀ ਹੁੰਦਾ ਹੈ, ਲੋਕ ਮੰਡਲ ਇਹ ਜਿਹੜੇ ਹੈਗੇ ਆ, ਸੌਰ ਮੰਡਲ, ਇੱਕ ਸੂਰਜ ਇੱਕ ਚੰਦਰਮਾ ਹੋਰ ਜਿਹੜੇ ਪਲੈਨਟਸ ਵਗੈਰਾ ਮਿਲਾ ਕੇ ਇੱਕ ਸੌਰ ਮੰਡਲ ਬਣ ਜਾਂਦਾ ਹੈ। ਖੰਡ ਵਰਪੰਡਾਂ ਬ੍ਰਹਿਮੰਡ ਪੂਰਾ ਦਾ ਪੂਰਾ। ਅੰਡਜ ਜੇਰਜ ਉਤ ਪੁਜਾਂ ਖਾਣੀ ਸੇਤ ਜਾਂ। ਆਂਡਿਆਂ ਤੋਂ ਜੇਰ ਤੋਂ ਤੇ ਵੈਜੀਟੇਸ਼ਨ ਉਤਪੁਜ, ਸੇਤ ਜਿਹੜਾ ਹੈ ਹੁੱਸੜ ਪਸੀਨੇ ਤੋਂ ਜਿਹੜੀ ਪੈਦਾ ਹੁੰਦੀ ਹੈ, ਜੂਨਾ ਖਾਣੀ ਜੂਨਾ। ਇਹ ਸਾਰਾ ਮਹਾਰਾਜ ਕੀ ਕਹਿ ਰਹੇ ਆ? ਇਹ ਸਾਰਾ ਜਿਹੜਾ ਹੈਗਾ ਕੈਲਕੂਲੇਟ ਕਰ ਰਹੇ ਆ ਇਹ ਸਾਰੀਆਂ ਚੀਜ਼ਾਂ ਨੂੰ, ਬੰਦਿਆਂ ਨੂੰ, ਦਰਖਤਾਂ ਨੂੰ, ਤੀਰਥਾਂ ਨੂੰ, ਤੱਟਾਂ ਨੂੰ, ਮੇਘਾਂ ਨੂੰ, ਖੇਤਾਂ ਨੂੰ, ਦੀਪਾਂ ਨੂੰ, ਮੰਡਲਾਂ ਨੂੰ, ਸਾਰੀਆਂ ਜਿਹੜੇ ਸਾਰੇ ਜੀਵ ਜਿਹੜੇ ਸਾਰਾ ਕੁਝ ਜੋ ਪੈਦਾ ਹੋ ਰਿਹਾ ਆ। ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਜੋ ਵੀ ਸਰੋਵਰ ਪਹਾੜ ਜੰਤ ਕਹਿੰਦੇ ਮੈਨੂੰ ਨਹੀਂ ਪਤਾ, ਉਹ ਜਾਣਦਾ ਹੈ ਭਾਈ ਜਿਹਨੇ ਪੈਦਾ ਕੀਤੇ ਆ। ਕਿੰਨੇ ਕੁ ਪੈਦਾ ਕੀਤੇ ਆ, ਕਿੱਥੇ ਕਿੱਥੇ ਪੈਦਾ ਕੀਤੇ ਆ, ਉਹ ਜਾਣਦਾ ਹੈ। ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਉਹ ਮਾਲਕ ਜਾਣਦਾ ਹੈ ਭਾਈ, ਉਹਦੀ ਮਿਤੀ ਉਹ ਮਾਲਕ ਪਰਮਾਤਮਾ ਜਾਣਦਾ ਹੈ ਜਿਹਨੇ ਪੈਦਾ ਕੀਤੇ ਆ। ਇੱਕ ਸੈਕਿੰਡ ਜੀ। ਬਹੁਤ ਦੇਖੋ ਕਿੰਨਾ ਜਿਹੜਾ ਹੈਗਾ ਇੱਕਦਮ ਜਿਹੜਾ ਹੈਗਾ ਹੈਰਾਨੀਜਨਕ ਜਿਹੜਾ ਹੈਗਾ। ਦੇਖੋ ਐਸਾ ਕਦੀ ਸੋਚਿਆ ਆਪਾਂ ਨੇ? ਕਿੰਨੇ ਦਰਖਤ ਹੈਗੇ, ਕਿੰਨੇ ਇਨਸਾਨ ਹੈਗੇ, ਕਿੰਨੇ ਤੀਰਥ ਹੈਗੇ, ਕਿੰਨੇ ਤੱਟ ਹੈਗੇ, ਸਾਰਾ ਦਾ ਸਾਰਾ ਕਹਿੰਦੇ ਆਂਡੇ ਜੇਰ ਦਰਖਤ ਕਿੰਨੇ ਕੀ ਕੁਛ ਪੈਦਾ ਕੀਤਾ ਹੈ ਕਹਿੰਦੇ ਉਹ ਜਾਣਦਾ ਹੈ ਜਿਹਨੇ ਪੈਦਾ ਕੀਤਾ ਹੈ ਭਾਈ। ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਨਾਨਕ ਜੰਤ ਉਪਾਇਕ ਹੈ ਸੰਭਾਲੇ ਸਭਨਾ। ਮਜਾ ਲਿਆ ਕੋਈ ਇੱਕ ਵੀ ਛੁੱਟ ਜਾਏ, ਸਾਰਿਆਂ ਨੂੰ ਸੰਭਾਲ ਰਿਹਾ ਹੈ, ਸਾਰਿਆਂ ਨੂੰ ਸੰਭਾਲ ਰਿਹਾ ਹੈ ਉਹ ਮਾਲਕ ਪਰਮਾਤਮਾ। ਆਜੋ ਵੀਰ ਜੀ, ਮੈਂ ਨਾ ਤੁਹਾਡੀ ਇੰਤਜ਼ਾਰ ਕਰ ਰਿਹਾ ਸੀਗਾ। ਬੇਸ਼ਕੀਮਤੀ ਜਿਹੜੀ ਹੈ ਦਾਤ ਆ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ, ਦੀਪਾਂ ਲੋਆਂ ਮੰਡਲਾਂ ਖੰਡਾਂ ਵਰਪੰਡਾਂ, ਅੰਡਜ ਜੇਰਜ ਉਤ ਪੁਜਾਂ ਖਾਣੀ ਸੇਤ ਜਾਂ। ਇਹ ਸਾਰਾ ਕੈਲਕੂਲੇਟ ਕੀਤਾ। ਕਿਉਂ ਕੀਤਾ ਮਹਾਰਾਜ ਨੇ? ਸਾਰੇ ਕਹਿੰਦੇ ਪੁਰਖ ਹੈਗੇ, ਇਨਸਾਨ ਹੈਗੇ, ਬਿਰਖ ਹੈਗੇ, ਦਰਖਤ ਹੈਗੇ, ਵੈਜੀਟੇਸ਼ਨ ਹੈਗੀ, ਤੀਰਥ ਹੈਗੇ, ਤੱਟ ਹੈਗੇ, ਮੇਘ ਬੱਦਲ ਹੈਗੇ, ਖੇਤ ਹੈਗੇ, ਦੀਪ ਹੈਗੇ, ਲੋਹ ਹੈਗੇ, ਇੰਨੇ ਲੋਕ ਜਿਹੜੇ ਹੈਗੇ ਆ, ਮੰਡਲ ਹੈਗੇ ਆ, ਸੌਰ ਮੰਡਲ, ਸੂਰਜ ਚੰਦਰਮਾ ਸਾਰੇ ਤਾਰੇ ਮਿਲਾ ਕੇ ਜਿਹੜੇ ਹੈਗੇ ਇੱਕ ਸੌਰ ਮੰਡਲ ਹੋ ਜਾਂਦਾ। ਪਤਾ ਨਹੀਂ ਕਿੰਨੇ ਕੁ ਸੌਰ ਮੰਡਲ ਹੈਗੇ। ਖੰਡ ਕਿੰਨੇ ਕੁ ਹੈਗੇ, ਵਰਪੰਡ ਕਿੰਨੇ ਆ, ਬ੍ਰਹਿਮੰਡ ਕਿੰਨੇ ਕੁ ਹੈਗੇ। ਆਂਡਿਆਂ ਤੋਂ ਪੈਦਾ ਹੋਣ ਵਾਲੇ, ਜੇਰ ਤੋਂ ਪੈਦਾ ਹੋਣ ਵਾਲੇ, ਉਤਪੁਜ ਜਿਹੜੇ ਵੈਜੀਟੇਸ਼ਨ ਜਿਹੜੀ ਹੈ ਖਾਣੀ ਕਹਿੰਦੇ ਆ, ਇਹ ਮੈਥਡਸ ਸਿੱਧ ਜਾ ਕਹਿੰਦੇ ਆ, ਹੁੱਸੜ ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ, ਚਾਰ ਖਾਣੀਆਂ ਤੋਂ, ਚਾਰ ਤਰੀਕੇ ਦੇ ਨਾਲ ਕਹਿੰਦੇ। ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਇਹ ਸਰੋਵਰ, ਇਹ ਜਿਹੜੇ ਹੈਗੇ ਪਹਾੜ ਤੇ ਜੰਤ ਕਿੰਨੇ ਕੁ ਹੈਗੇ ਕਹਿੰਦੇ ਉਹ ਮਾਲਕ ਪਰਮਾਤਮਾ ਜਾਣਦਾ ਹੈ, ਜਿਹਨੇ ਪੈਦਾ ਕੀਤੇ ਆ ਉਹ ਜਾਣਦਾ ਹੈ। ਨਾਨਕ ਜੰਤ ਉਪਾਇਕ ਹੈ ਸੰਭਾਲੇ ਸਭਨਾ।
ਇਹ ਜਨਤਾ ਨੂੰ ਪੈਦਾ ਕਰਕੇ ਮਾਲਕ ਪਰਮਾਤਮਾ ਇੱਕ ਇੱਕ ਨੂੰ ਸੰਭਾਲ ਰਿਹਾ ਹੈ। ਕੋਈ ਐਸਾ ਨਹੀਂ ਹੈਗਾ, ਇੱਕ ਵੀ ਨਹੀਂ ਐਸਾ ਹੈਗਾ ਜਿਹਦੀ ਕੇਅਰ ਨਾ ਕੀਤੀ ਜਾ ਰਹੀ ਹੋਏ। ਜਿਨ ਕਰਤੈ ਕਰਣਾ ਕੀਆ ਚਿੰਤਾ ਵੀ ਕਰਨੀ ਤਾਹੇ। ਕਹਿੰਦੇ ਜਿਸ ਮਾਲਕ ਨੇ ਸਾਰਾ ਕਰਨਾ ਕੀਤਾ ਹੈ, ਇਹ ਸਾਰੇ ਦੀ ਸਾਰੇ ਦਾ ਸਾਰਾ ਬਣਾਇਆ ਹੈ ਉਸ ਮਾਲਕ ਪਰਮਾਤਮਾ ਨੇ। ਉਹ ਕਰਤਾ ਹੈਗਾ, ਉਹਨੇ ਜੋ ਕਿਰਤ ਕੀਤੀ ਹੈ ਉਹ ਜਾਣਦਾ ਹੈ, ਜਿਹਨੇ ਪੈਦਾ ਕੀਤੀ ਹੈ ਉਹਦੀ ਚਿੰਤਾ ਉਸ ਨੂੰ ਹੈਗੀ ਆ। ਜਿਹਨੇ ਕਰਤਾ ਹੈ ਕਰਨਾ ਕੀਆ ਚਿੰਤਾ ਵੀ ਕਰਨੀ ਤਾਹੇ। ਉਸੇ ਨੇ ਚਿੰਤਾ ਕਰਨੀ ਹੈ। ਸੋ ਕਰਤਾ ਚਿੰਤਾ ਕਰੇ ਜਿਹਨੇ ਉਪਾਇਆ ਜਗ। ਕਹਿੰਦੇ ਉਹੀ ਕਰਤਾ ਹੈ, ਚਿੰਤਾ ਕਰ ਵੀ ਰਿਹਾ ਹੈ, ਉਹ ਸਾਰਿਆਂ ਦੀ ਕੇਅਰ ਕਰ ਰਿਹਾ ਹੈ, ਜਿਹਨੇ ਸੰਸਾਰ ਪੈਦਾ ਕੀਤਾ ਹੈ। ਤੂੰ ਜਿਹੜਾ ਹੈਗਾ, ਤੇਰਾ ਕੰਮ ਆ ਹੈਗਾ, ਤਿਸ ਜੁਹਾਰੀ ਸਵਾਸਤ ਤਿਸ ਦੀਵਾਨ ਅਪੱਗ। ਕਹਿੰਦੇ ਉਹਨੂੰ ਜੁਹਾਰ ਕਰ। ਮੁਸਲਮਾਨ ਜੁਹਾਰ ਕਰਦੇ ਆ ਉਹ ਚੁੱਕ ਕੇ, ਤਿਸ ਜੁਹਾਰੀ ਨਾਨਕਾ ਤਿਸ ਜੁਹਾਰੀ ਸਵਾਸਤ ਤਿਸ ਦੀਵਾਨ ਅਪੱਗ। ਤਿਸ ਜੁਹਾਰੀ ਸਵਾਸਤ ਤਿਸ ਦੀਵਾਨ ਅਪੱਗ। ਉਹਨੂੰ ਉਹਦਾ ਜਿਹੜੀ ਹੈਗੀ ਉਹਦੇ ਅੱਗੇ ਝੁਕ, ਉਹਦੀ ਜੈ ਜੈਕਾਰ ਕਰ। ਸਵਸਤ ਸੋ ਅਸਤ ਤਿਸ ਦੀਵਾਨ ਅਪੱਗ। ਕਿਹਦੇ ਹੈ? ਜਿਹਦਾ ਦੀਵਾਨ ਹਮੇਸ਼ਾ ਰਹਿਣ ਵਾਲਾ ਆ, ਕਦੀ ਵੀ ਭੰਗ ਨਹੀਂ ਹੁੰਦਾ। ਅਪੱਗ ਹੈਗਾ, ਕੋਈ ਉਹਨੂੰ ਭਾਗ ਨਹੀਂ ਕਰ ਸਕਦਾ ਉਹਦੇ। ਤਿਸ ਜੁਹਾਰੀ ਸਵਸਤ ਤਿਸ ਦੀਵਾਨ ਅਪੱਗ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ। ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਗੈਰ, ਪਰਮੇਸ਼ਰ ਦੇ ਨਾਮ ਤੋਂ ਬਗੈਰ, ਧਿਆਨ ਸਿਮਰਨ ਤੋਂ ਬਗੈਰ, ਉਸ ਨੂੰ ਜੁਹਾਰ ਕਰਨ ਤੋਂ ਬਗੈਰ, ਬਾਕੀ ਕਹਿੰਦੇ ਸਾਰਾ ਜਿਹੜਾ ਤੇਰਾ ਜੋ ਟਿੱਕਾ ਹੈਗਾ ਤੇ ਜੋ ਤੇਰਾ ਜਿਹੜਾ ਤੱਗ ਹੈਗੀ, ਜਨੇਊ ਹੈਗਾ, ਜੋ ਵੀ ਅਡੰਬਰ ਹੈਗਾ, ਜੋ ਕੁਛ ਵੀ ਆਪਾਂ ਇਹ ਪਰਟੀਕੂਲਰ ਨਹੀਂ ਕਹਿ ਰਹੇ, ਆਪਾਂ ਜੋ ਕੁਛ ਵੀ ਜਿਹੜੇ ਧਰਮ ਦੇ ਵਿੱਚ ਵੀ ਹੈਗੇ ਆਪਾਂ, ਉਹਦੇ ਵਿੱਚ ਜੋ ਵੀ ਅਡੰਬਰ ਹੈਗਾ, ਕਹਿੰਦੇ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ। ਕਹਿੰਦੇ ਉਹਦਾ ਕੀ ਮਤਲਬ ਹੈਗਾ ਭਾਈ? ਨਾਮ ਤੋਂ ਬਗੈਰ ਉਹਦਾ ਕੀ ਮਤਲਬ ਹੈਗਾ? ਮਹੱਲਾ ਪਹਿਲਾ। ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਨ। ਹੁਣ ਦੇਖ ਲਓ ਦੁਨੀਆ ਦੇ ਵਿੱਚ ਆਏ ਹਾਂ ਆਪਾਂ, ਤੇ ਕਿੱਥੇ ਤੱਕ ਜਿਹੜਾ ਹੈਗਾ ਆਪਾਂ ਨੂੰ ਤਕੀਦ ਹੋ ਰਹੀ ਹੈ ਪਹਿਲੀ ਪਾਤਸ਼ਾਹੀ ਦੀ। ਭਾਵੇਂ ਕਹਿੰਦੇ ਲੱਖਾਂ ਹੀ ਨੇਕੀਆਂ ਕਰਦਾ ਰਹਿ ਤੂੰ ਦੁਨੀਆ ਦੇ ਵਿੱਚ, ਲੱਖਾਂ ਹੀ ਨੇਕੀਆਂ ਕਰ, ਲੱਖਾਂ ਹੀ ਚੰਗਿਆਈਆਂ ਕਰ, ਲੱਖਾਂ ਹੀ ਪੁੰਨ ਕਰ ਲਾ, ਜਿਹੜੀ ਦੁਨੀਆ ਦੇ ਵਿੱਚ ਪ੍ਰਮਾਣਿਤ ਹੈ। ਸਾਰੇ ਕਹਿੰਦੇ ਆ ਪੁੰਨ ਕੀਤਾ ਇਹਨੇ, ਲੱਖਾਂ ਹੀ ਕਰ ਲਾ। ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਨ। ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਨ। ਲੱਖ ਹੀ ਤਪ ਕਰ ਲਾ ਤੂੰ, ਤੀਰਥਾਂ ਦੇ ਉੱਤੇ ਜਾ ਕੇ ਤਪ ਕਰ ਲਾ, ਸਹਿਜ ਜੋਗ ਕਰ ਲਾ, ਬੇਬਾਨ ਬਿਆਬਾਨ ਦੇ ਵਿੱਚ, ਜੰਗਲ ਦੇ ਵਿੱਚ ਜਾ ਕੇ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਇਹ ਜਿਹੜਾ ਹੈਗਾ ਆਪਣੇ ਆਪ ਨੂੰ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰ ਲਾ। ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਨ। ਲੱਖ ਸੂਰਤਨ ਸੰਗਰਾਮ ਰਣ ਮੈਂ ਛੁਟੇ ਪ੍ਰਾਣ। ਔਰ ਲੱਖਾਂ ਹੀ ਜਿਹੜੇ ਹੈਗੇ ਤੂੰ ਸੂਰਬੀਰਤਾ ਦਿਖਾ ਲਾ ਯੁੱਧ ਦੇ ਵਿੱਚ, ਔਰ ਯੁੱਧ ਦੇ ਵਿੱਚ ਜਿਹੜੇ ਹੈਗੇ ਲੜ ਕੇ ਭਾਵੇਂ ਜਿਹੜੇ ਹੈਗੇ ਤੇਰੇ ਪ੍ਰਾਣ ਛੁੱਟ ਜਾਣ, ਪਿੱਠ ਨਾ ਦਿਖਾਏ ਤੂੰ। ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਏ ਪਾਠ ਪੁਰਾਣ। ਪੂਰੀ ਦੀ ਪੂਰੀ ਸੁਰਤ ਲਗਾ ਕੇ ਗਿਆਨ ਲੈ ਲਾ, ਲੱਖਾਂ ਹੀ ਗਿਆਨ ਲੈ ਲਾ, ਲੱਖਾਂ ਹੀ ਧਿਆਨ ਕਰ ਲਾ, ਗਿਆਨ ਦੇ ਉੱਤੇ ਧਿਆਨ ਕਰ ਲਾ। ਪੜ੍ਹੀਏ ਪਾਠ ਪੁਰਾਣ। ਇੰਨੇ ਜਿਹੜੇ ਹੈਗੇ ਪਾਠ ਜਿਹੜੇ ਹੈਗੇ ਪੁਰਾਣ ਲਿਖਿਆ ਹੋਇਆ, ਜਿਹੜੇ ਮਰਜੀ ਜਿੰਨੇ ਮਰਜੀ ਪਾਠ ਕਰ ਲਾ ਭਾਈ। ਲੱਖ ਸੁਰਤੀ ਲੱਖ ਗਿਆਨ ਧਿਆਨ, ਜਿੰਨਾ ਮਰਜੀ ਸੁਣ ਲਾ। ਸੁਰਤੀ ਮਤਲਬ ਸੁਣ ਲਾ, ਲੱਖ ਸੁਰਤੀ ਲੱਖ ਗਿਆਨ ਧਿਆਨ, ਗਿਆਨ ਨੂੰ ਧਿਆਨ ਦੇ ਨਾਲ ਸੁਣ ਲਾ, ਜਿੰਨਾ ਮਰਜੀ ਸੁਣ ਲਾ। ਪੜ੍ਹੀਏ ਪਾਠ ਪੁਰਾਣ, ਪੜ੍ਹ ਲਾ, ਪਾਠ ਕਰ ਲਾ। ਪੁਰਾਣ ਲਿਖਿਆ ਹੋਇਆ, ਇਹ ਪੁਰਾਣ ਜਿਹੜਾ ਹੈਗਾ ਇਹ ਕੋਈ ਪਰਟੀਕੂਲਰ ਪੁਰਾਣ ਦੀ ਗੱਲ ਨਹੀਂ ਕਰ ਰਹੇ, ਗਿਆਨ ਦੀ ਗੱਲ ਕਰ ਰਹੇ। ਜਿਨੇ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ। ਕਹਿੰਦੇ ਪਿਆਰਿਆ, ਜਿਸ ਮਾਲਕ ਪਰਮਾਤਮਾ ਨੇ ਦੁਨੀਆ ਬਣਾਈ ਆ, ਸ੍ਰਿਸ਼ਟੀ ਬਣਾਈ ਆ, ਇਹ ਜਿਹੜਾ ਹੈਗਾ
ਇਹਦੇ ਵਿੱਚ ਉਸ ਮਾਲਕ ਪਰਮਾਤਮਾ ਨੇ ਜਿੱਥੇ ਰਸਤਾ ਰੱਖਿਆ ਹੋਇਆ ਆ, ਉਸ ਰਸਤੇ ਤੇ ਉਹ ਬਗੈਰ ਜਿਹਨੇ ਕਰਤੇ ਕਰਨਾ ਕੀਆ, ਉਹਨੇ ਕਰਨਾ ਕੀਤਾ ਹੋਇਆ, ਉਹਨੇ ਡਿਜ਼ਾਈਨ ਕੀਤਾ ਹੈ, ਉਹਨੇ ਰਸਤਾ ਡਿਜ਼ਾਈਨ ਕੀਤਾ ਹੈ, ਇੱਕੋ ਹੀ ਰਸਤਾ ਡਿਜ਼ਾਈਨ ਕੀਤਾ ਹੈ, ਲਿਖਿਆ ਆਵਣ ਛਾਣ। ਉਸ ਮਾਲਕ ਪਰਮਾਤਮਾ ਨੇ ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਬਣਾਈ ਆ ਭਾਈ, ਔਰ ਆਉਣ ਜਾਣ ਜਿਹੜਾ ਹੈਗਾ ਇਹ ਖੇਡ ਮਾਲਕ ਪਰਮਾਤਮਾ ਦੀ ਚੱਲ ਰਹੀ ਆ। ਉਸ ਮਾਲਕ ਪਰਮਾਤਮਾ ਨੇ ਭਟਕਣ ਦਾ ਪਰਪਸ ਲਈ ਪਾਇਆ ਹੋਇਆ ਆ। ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਬਸ ਕਹਿੰਦੇ ਆ ਮਤੀ ਜਿਹੜੀਆਂ ਹੈਗੀਆਂ ਮਿਥਿਆ ਹੈਗੀਆਂ ਸਾਰੀਆਂ ਦੀਆਂ ਸਾਰੀਆਂ। ਨਾਨਕ ਮਤੀ ਮਿਥਿਆ, ਆਪਾਂ ਜਿਹੜੀਆਂ ਵੀ ਆਪਣੇ ਮਨ ਦੀਆਂ ਕਾਢਾਂ, ਚਤੁਰਾਈਆਂ, ਸਿਆਣਪਾਂ, ਜੋ ਵੀ ਮੱਤਾਂ ਹੈਗੀਆਂ ਕਹਿੰਦੇ ਮਿਥਿਆ ਹੈਗੀਆਂ ਭਾਈ। ਕਰਮ ਸੱਚਾ ਨਿਸ਼ਾਨ, ਉਹ ਮਾਲਕ ਪਰਮਾਤਮਾ ਨੇ ਜਿਹੜਾ ਰਸਤਾ ਰੱਖਿਆ ਹੋਇਆ ਆ ਸੱਚਾ, ਸੱਚ ਦਾ ਜਿਹੜਾ ਐਕਚੁਅਲ ਜਿਹੜਾ ਹੈਗਾ ਸੱਚਾ ਰਸਤਾ ਹੈਗਾ ਨਿਕਲਣ ਦਾ, ਉਸ ਤੋਂ ਬਗੈਰ, ਉਸ ਕਰਮ ਤੋਂ ਬਗੈਰ, ਉਸ ਬਖਸ਼ਿਸ਼ ਤੋਂ ਬਗੈਰ, ਉਸ ਨਿਸ਼ਾਨ ਤੋਂ ਬਗੈਰ ਸਾਰੀਆਂ ਮੱਤਾਂ ਮਿਥਿਆ ਹੈਗੀਆਂ। ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਇੱਕੋ ਹੀ ਜਿਹੜਾ ਹੈਗਾ ਕਰਮ ਬਖਸ਼ਿਸ਼, ਉਹ ਕਰਮ ਵੀ ਉਸੇ ਤੇ ਹੋਣੀ ਹੈ ਜਿਹੜਾ ਬਖਸ਼ਿਸ਼ ਚਾਹੁੰਦਾ ਹੈ। ਉਸ ਨਿਸ਼ਾਨ ਤੋਂ ਬਗੈਰ, ਉਸ ਧਿਆਨ ਸਿਮਰਨ ਤੋਂ ਬਗੈਰ ਕਹਿੰਦੇ ਬਾਕੀ ਸਾਰਾ ਮਿਥਿਆ ਹੈਗਾ। ਜੀ ਤੇ ਕਰਮ ਦੇ ਥੱਲੇ ਔਂਕੜ ਲੱਗਾ ਹੈ, ਕਰਮ ਧਿਆਨ ਸਿਮਰਨ ਹੈ ਕਿ ਬਖਸ਼ਿਸ਼ ਹੈ? ਬਖਸ਼ਿਸ਼ ਹੈਗੀ ਜੀ, ਇਹ ਬਖਸ਼ਿਸ਼ ਹੈਗੀ। ਬਖਸ਼ਿਸ਼ ਹੋਣੀ ਪਰ ਉਸੇ ਦੇ ਉੱਤੇ ਜਿਹੜਾ ਬਖਸ਼ਿਸ਼ ਚਾਹੁੰਦਾ ਹੈਗਾ, ਬਸ ਜਿਹੜਾ ਉਪਰਾਲਾ ਕਰਦਾ ਹੈ। ਇਹ ਵੀ ਆਪਾਂ ਨੂੰ ਸ਼ਾਇਦ ਅੱਜ ਮਹਾਰਾਜ ਖੁਲਾਸਾ ਕਰ ਦੇਣ। ਹਾਂਜੀ ਵੀਰ ਜੀ। ਪੌੜੀ। ਸੱਚਾ ਸਾਹਿਬ ਏਕ ਤੂੰ, ਜਿਨੇ ਸੱਚੋ ਸੱਚ ਵਰਤਾਇਆ। ਕਹਿੰਦੇ ਤੂੰ ਮਾਲਕ ਪਰਮਾਤਮਾ, ਤੂੰ ਸੱਚਾ ਸਾਹਿਬ ਹੈਗਾ। ਤੂੰ ਜਿਹੜਾ ਹੈਗਾ ਇਹ ਸੰਸਾਰ ਬਣਾਇਆ ਆ, ਇਹਦੇ ਵਿੱਚ ਸੱਚ ਦਾ ਵੀ ਵਰਤਾਰਾ ਕੀਤਾ ਹੋਇਆ। ਤੂੰ ਸੱਚ ਜਿਹੜਾ ਹੈਗਾ ਕਿਵੇਂ ਸੱਚ ਪਾਉਣਾ ਹੈ, ਕਿਵੇਂ ਸੱਚ ਦੇ ਨਾਲ ਜਿਹੜਾ ਹੈਗਾ ਆਪਾਂ ਨੇ ਇਸ ਜਾਲ 'ਚੋਂ ਨਿਕਲਣਾ ਹੈ, ਇਹ ਤੂੰ ਜਿਹੜਾ ਹੈਗਾ ਇਹਦਾ ਪ੍ਰੋਵੀਜ਼ਨ ਕੀਤਾ ਹੋਇਆ, ਇਹ ਵਰਤਾਇਆ ਹੋਇਆ ਹੈ। ਇਹ ਵੀ ਤੂੰ ਜਿਹੜਾ ਹੈਗਾ ਇਹ ਦਾਤ ਤੂੰ ਦਿੰਨਾ ਹੈਗਾ। ਸੱਚਾ ਸਾਹਿਬ ਏਕ ਤੂੰ, ਸਾਹਿਬ ਇੱਕੋ ਹੀ ਹੈ ਸੱਚਾ ਸਾਹਿਬ, ਜਿਹਨੇ ਸੱਚੋ ਸੱਚ ਵਰਤਾਇਆ। ਉਹਨੇ ਮਾਲਕ ਨੇ ਸੱਚ ਵੀ ਵਰਤਾਇਆ, ਨਹੀਂ ਤਾਂ ਵਾਟ ਇਜ਼ ਦੀ ਫਨ, ਪਰਪਸ ਕੀ ਹੈਗਾ ਇਹ ਇੱਕ ਖੇਡ ਦਾ, ਦੁਨੀਆ ਦਾ, ਸੰਸਾਰ ਦਾ। ਜਿਸ ਤੂੰ ਦੇ ਤਿਸ ਮਿਲਿਆ ਸੱਚ, ਤਾਂ ਤਿੰਨੀ ਸੱਚ ਕਮਾਇਆ। ਦੇਖੋ ਕਮਾਈ ਬਾਅਦ ਵਿੱਚ ਹੋਣੀ ਹੈ, ਪਹਿਲਾਂ ਸੱਚ ਮਾਲਕ ਨੇ ਦੇਣਾ ਹੈਗਾ। ਜਿਹਨੂੰ ਦੇਊਗਾ ਉਹਨੂੰ ਮਿਲੂਗਾ। ਬਹੁਤ ਹੀ ਜਿਹੜਾ ਹੈਗਾ ਆਪਾਂ ਨਾ ਕੇਂਦਰਿਤ ਹੋ ਕੇ ਜਿਹੜਾ ਹੈਗਾ ਮਹਾਰਾਜ ਦੇ ਬਚਨ ਸੁਣੀਏ। ਬਹੁਤ ਜਿਹੜਾ ਹੈਗਾ ਭੇਤ ਹੈਗਾ। ਜਿਸ ਤੂੰ ਦੇ ਤਿਸ ਮਿਲਿਆ ਸੱਚ, ਤਾਂ ਤਿੰਨੀ ਸੱਚ ਕਮਾਇਆ। ਦੇਣਾ ਮਾਲਕ ਨੇ ਹੈਗਾ ਤੇ ਕਮਾਈ ਉਹਨੇ ਕਰਨੀ ਹੈ ਬਾਅਦ ਵਿੱਚ। ਪਹਿਲਾਂ ਮਿਲਣਾ ਹੈ ਭਾਈ, ਸੱਚ ਮਿਲਣਾ ਹੈ ਪਹਿਲਾਂ। ਸੱਚ ਦਾ ਸੱਚ ਹੈ ਕੀ ਆ? ਕੀ ਹੈ ਸੱਚ ਜਿਹੜਾ ਕਿ ਮੈਂ ਕਰਾਂ ਤੇ ਮੇਰਾ ਜਿਹੜਾ ਹੈਗਾ ਭਾਰ ਉਤਾਰਾ ਹੋ ਜਾਏ। ਜਿਸ ਤੂੰ ਦੇ ਤਿਸ ਮਿਲੈ ਸੱਚ, ਤਾਂ ਤਿੰਨੀ ਸੱਚ ਕਮਾਇਆ। ਸਤਿਗੁਰੇ ਮਿਲੈ ਸੱਚ ਪਾਇਆ। ਲਓ ਆ ਦੇਖ ਲਓ ਭੇਤ ਆ ਗਿਆ ਇੱਥੇ। ਕਹਿੰਦੇ ਭਾਈ ਸਤਿਗੁਰੂ ਨੂੰ ਮਿਲਣਾ ਪਊਗਾ, ਇਹ ਸੱਚ ਮਿਲਣਾ ਹੈਗਾ। ਇਹ ਸੱਚ ਮਿਲਣਾ ਹੈਗਾ ਸਤਿਗੁਰੂ ਤੋਂ, ਬ੍ਰਹਮ ਗਿਆਨੀਆਂ ਤੋਂ, ਜਿਨ੍ਹਾਂ ਨੇ ਇਹ ਯਾਤਰਾ ਕਰ ਲਈ ਆ, ਉਹਨਾਂ ਕੋਲੋਂ ਇਹ ਸੱਚ ਮਿਲਣਾ ਹੈਗਾ। ਸਤਿਗੁਰ ਮਿਲੈ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਜਿਨ੍ਹਾਂ ਦੇ ਹਿਰਦੇ 'ਚ ਸੱਚ ਵਸਦਾ ਹੁੰਦਾ ਬਈ, ਜਿਹੜੇ ਚਾਹੁੰਦੇ ਆ ਇਸ ਰਸਤੇ ਦੇ ਉੱਤੇ, ਜਿਹੜੇ ਸੱਚ ਚਾਹੁੰਦੇ ਆ, ਉਹਨਾਂ ਨੂੰ ਫਿਰ ਸਤਿਗੁਰੂ ਦੇ ਦੁਆਰਾ ਸੱਚ ਮਿਲ ਜਾਂਦਾ ਹੈ ਭਾਈ। ਫਿਰ ਉਹਦੀ ਉਹ ਕਮਾਈ ਕਰਦੇ ਆ, ਕਿਉਂਕਿ ਜਿਸ ਤੂੰ ਦੇ ਤਿਸ ਮਿਲੈ ਸੱਚ, ਤਾਂ ਤਿੰਨੀ ਸੱਚ ਕਮਾਇਆ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਹੁਣ ਮੂਰਖ ਜਿਹੜੇ ਹੈਗੇ ਕਹਿੰਦੇ ਆਪਣੇ ਮਨ ਦੇ ਪਿੱਛੇ ਚੱਲ ਕੇ ਜਿਹੜੇ ਹੈਗੇ ਉਹ ਸੱਚ ਨੂੰ ਨਹੀਂ ਪਾਉਂਦੇ, ਜਾਣਦੇ ਹੀ ਨਹੀਂ ਹੈਗੇ। ਮਨ ਦੇ ਪਿੱਛੇ ਚੱਲਦੇ ਆ। ਮਨਮੁਖੀ ਮਨ ਦੇ ਪਿੱਛੇ ਚੱਲ ਕੇ ਇਹ ਮਨੁੱਖਾ ਜੂਨ ਗਵਾ ਦਿੰਦੇ ਆ। ਸੁਨਹਿਰਾ ਅਵਸਰ ਸੀਗਾ, ਉਹ ਜਿਹੜਾ ਹੈਗਾ ਉਹ ਗਵਾਚ ਜਾਂਦਾ ਹੈ। ਮਨਮੁਖੀ ਜਨਮ ਗਵਾਇਆ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ।
ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ। ਕਹਿੰਦੇ ਹੁਣ ਦੱਸ ਬਈ ਫਿਰ ਦੁਨੀਆ ਦੇ ਵਿੱਚ ਆਉਣ ਦਾ ਮਕਸਦ ਕੀ ਰਹਿ ਗਿਆ, ਤੈਨੂੰ ਫਾਇਦਾ ਕੀ ਹੋਇਆ ਦੁਨੀਆ 'ਚ ਆ ਕੇ। ਅੱਗੇ ਇਸ ਤੋਂ ਅੱਗੇ ਅਗਲੀ ਪੌੜੀ ਸ਼ਲੋਕ ਮਹਲਾ ਪਹਿਲਾ, ਪਹਿਲੀ ਪਾਤਸ਼ਾਹੀ ਕਹਿ ਰਹੀ ਹੈ ਭਾਈ, ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ। ਹੁਣ ਇੱਥੇ ਜਿਹੜਾ ਹੈਗਾ ਜਿਹੜਾ ਨਾ ਬਹੁਤ ਜਿਹੜਾ ਹੈਗਾ ਨਾ ਆਪਾਂ ਨੂੰ ਇਹ ਗੱਲਾਂ ਜਿਹੜੀਆਂ ਹੈਗੀਆਂ ਬਿਲਕੁਲ ਆਪਣੇ ਜਿਹੜੇ ਨਾ ਜੜ੍ਹਾਂ ਜਿਹੜੀਆਂ ਹੈਗੀਆਂ ਆਪਣੇ ਪੈਰਾਂ ਤੋਂ ਜ਼ਮੀਨ ਕੱਢ ਦੇਣੀਆਂ ਨੇ। ਸ਼ਲੋਕ ਮਹੱਲਾ ਪਹਿਲਾ, ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ। ਕਹਿੰਦੇ ਤੂੰ ਜਿਹੜਾ ਹੈਗਾ ਜਿੰਨਾ ਮਰਜ਼ੀ ਗਿਆਨ ਨੂੰ ਪੜ੍ਹੀ ਜਾ, ਪੜ੍ਹ ਪੜ੍ਹ ਕੇ ਗੱਡੀ ਲੱਦੀ ਜਾ, ਆਪਣੀ ਗੱਡੀ ਜਿਹੜੀ ਹੈਗੀ ਪੜ੍ਹੀ ਜਾ ਔਰ ਲੱਦੀ ਜਾ, ਇਹਨੂੰ ਇਹ ਗਿਆਨ ਲਈ ਜਾ ਔਰ ਗਿਆਨੀ ਬਣੀ ਜਾ। ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ। ਕਹਿੰਦੇ ਜਿੰਨਾ ਮਰਜ਼ੀ ਜਿਹੜਾ ਹੈਗਾ ਭਰ ਲਾ। ਭਰੀਏ ਸਾਥ ਕਿਉਂ ਲਿਖਿਆ ਮਹਾਰਾਜ ਨੇ? ਭਰੀਏ ਸਾਥ ਦਾ ਕੀ ਮਤਲਬ ਹੈਗਾ? ਕਹਿੰਦੇ ਭਾਈ ਤੂੰ ਜਿਹੜਾ ਹੈਗਾ ਇਹ ਗਿਆਨ ਦੇ ਨਾਲ ਹੀ ਲੱਗਿਆ ਰਿਹਾ ਹੈ, ਗਿਆਨ ਦੇ ਨਾਲ ਇਹਦਾ ਹੀ ਸਾਥੀ ਹੈ, ਇਹ ਹੀ ਤੇਰਾ ਸਾਥੀ ਬਣਾ ਲਿਆ ਤੂੰ ਗਿਆਨ ਨੂੰ। ਬੜਾ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਇਹਦਾ ਜਿਹੜਾ ਹੈਗਾ ਉਹ ਲੈ ਰਿਹਾ ਤੂੰ, ਇਹਦਾ ਜਿਹੜਾ ਹੈਗਾ ਇਹਦਾ ਜਿਹੜਾ ਹੈਗਾ ਸਵਾਦ ਲੈ ਰਿਹਾ ਇਸ ਦਾ ਗਿਆਨ ਦਾ। ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ। ਪੜ੍ਹ ਪੜ੍ਹ ਬੇੜੀ ਪਾਈਏ, ਉਹ ਤੂੰ ਜਿਹੜਾ ਸੰਸਾਰ ਸਮੁੰਦਰ ਲੰਘਣਾ ਹੈਗਾ ਉਹ ਬੇੜੀ 'ਚ ਤਾਂ ਤੂੰ ਗਿਆਨ ਜਿਹੜਾ ਹੈਗਾ ਇਹ ਪਾਰ ਬਣਾ ਲਿਆ ਗਿਆਨ। ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀਏ ਖਾਤ। ਕਹਿੰਦੇ ਇਸ ਨੂੰ ਤਾਂ ਤੂੰ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਗਹਿਰੇ ਟੋਏ ਦੇ ਵਿੱਚ ਜਿਹੜਾ ਹੈਗਾ ਗੱਡੀ ਜਾ ਰਿਹਾ ਹੈ ਇਹ ਗਿਆਨ ਦੇ ਦੁਆਰਾ। ਇਹ ਗਿਆਨ ਜਿਹੜਾ ਹੈਗਾ ਇਹੀ ਜਿਹੜਾ ਹੈਗਾ ਤੇਰਾ ਜਿਹੜਾ ਹੈਗਾ ਗੱਡੀ ਦਾ ਭਾਰ ਬਣ ਰਿਹਾ ਹੈ। ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀਏ ਖਾਤ। ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ। ਕਹਿੰਦੇ ਜਿੰਨੇ ਮਰਜ਼ੀ ਬਰਸ ਸਾਰਾ ਕਿੰਨੇ ਸਾਲ ਪੜ੍ਹਦਾ ਰਹਿ ਤੇ ਕਿੰਨੇ ਸਾਰੇ ਮਹੀਨੇ ਪੜ੍ਹਦਾ ਰਹਿ ਭਾਵੇਂ। ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ। ਜਿੰਨੀ ਤੇਰੀ ਉਮਰ ਹੈ ਸਾਰੀ ਉਮਰ ਪੜ੍ਹਦਾ ਰਹਿ, ਜਿੰਨੇ ਸਵਾਸ ਹੈ ਸਾਰੀ ਉਮਰ ਗਿਆਨ ਲੈਂਦਾ ਰਹਿ। ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ। ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਮਾਸ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖਣਾ ਝਾਖ। ਕਹਿੰਦੇ ਲੇਖੇ ਦੇ ਵਿੱਚ ਤਾਂ ਇੱਕੋ ਹੀ ਗੱਲ ਹੈਗੀ ਭਾਈ, ਲੇਖੇ ਦੇ ਵਿੱਚ ਤਾਂ ਇੱਕੋ ਹੀ ਗੱਲ ਹੈਗੀ ਆ ਔਰ ਪੂਰਾ ਗਿਆਨ ਉਹੀ ਗੱਲ ਕਰਨ ਨੂੰ ਕਹਿ ਰਿਹਾ ਹੈ। ਉਹੀ ਗੱਲ ਤੀਰਥ ਨਾਵਾਂ, ਜੇ ਤਿਸ ਪਾਵਾਂ ਬਿਨ ਭਾਣੇ ਕੇ ਨਾਏ ਕਰੀ। ਜੇ ਤਿਸ ਸਿਰ ਟਪਾਏ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਗੁਰ ਕੀ ਸਿੱਖ ਸੁਣੀ। ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਲੇਖ 'ਚ ਤਾਂ ਆਹੀ ਗੱਲ ਹੈਗੀ ਭਾਈ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖਣਾ ਝਾਕ। ਹੁਣ ਦੇਖ ਲਓ ਭਾਈ, ਹਉਮੈ ਵੀ ਲਿਖਿਆ ਹੋਇਆ ਹੈ, ਚਖਣਾ ਵੀ ਲਿਖਿਆ ਹੈ, ਝਾਕ ਵੀ ਲਿਖਿਆ ਹੋਇਆ। ਚਖਣਾ ਝਾਕ ਦਾ ਕੀ ਮਤਲਬ ਹੁੰਦਾ ਹੈ? ਚੱਖ ਮਾਰੀ ਹੈ, ਸਮਾਂ ਵਿਅਰਥ ਕੀਤਾ ਹੈ। ਹਉਮੈ ਵਧਾਈ ਆ, ਹੋਰ ਹਉਮੈ ਚਖਣਾ ਝਾਕ। ਹਉਮੈ ਵੱਧ ਗਈ, ਗਿਆਨੀ ਬਣ ਗਿਆ। ਮੇਰੇ ਵਰਗਾ ਜਿਹੜਾ ਹੈਗਾ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦਾ ਹੈ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖਣਾ ਝਾਕ। ਅੱਗੇ ਚਲੀਏ ਜੀ। ਮਹੱਲਾ ਪਹਿਲਾ, ਪਹਿਲੀ ਪਾਤਸ਼ਾਹੀ ਹੈਗੀ ਹਾਲੇ, ਪਹਿਲੀ ਪਾਤਸ਼ਾਹੀ ਦੇ ਗਿਆਨ ਦੇ ਰਹੀ ਹੈ। ਲਿਖ ਲਿਖ ਪੜ੍ਹਿਆ ਤੇਤਾ ਕੜਿਆ। ਕਹਿੰਦੇ ਜਿੰਨਾ ਵੀ ਲਿਖਤ ਤੂੰ ਪੜ੍ਹਦਾ ਹੈ ਨਾ ਪਿਆਰਿਆ, ਜਿੰਨਾ ਵੀ ਲਿਖ ਪੜ੍ਹ ਰਿਹਾ ਹੈ ਨਾ, ਤੂੰ ਕੜੀ ਜਾ ਰਿਹਾ ਹੈ। ਬਸ ਦੁੱਧ ਜਿਹੜਾ ਕੜੀ ਜਾ ਰਿਹਾ, ਕੜ ਕੜ ਕੇ ਕਾਲਾ ਹੋ ਜਾਣਾ ਦੁੱਧ ਨੇ। ਫਿਰ ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁਤ ਤੀਰਥ ਭਵਿਆ ਤੇਤੋਂ ਲਵਿਆ। ਔਰ ਤੀਰਥਾਂ ਤੇ ਜਾ ਰਿਹਾ, ਜਿੰਨਾ ਤੀਰਥਾਂ ਤੇ ਜਾਏਗਾ ਓਨਾ ਹੀ ਲਓ ਲਓ ਕਰੇਗਾ, ਕਾਂ ਵਾਂਗੂ ਕੌਂ ਕੌਂ ਕਰੇਗਾ। ਅਸੀਂ ਜੀ ਹਜ਼ੂਰ ਸਾਹਿਬ ਜਾ ਕੇ ਆਏ, ਅਸੀਂ ਜੀ ਉੱਥੇ ਆਹ ਕੀਤਾ, ਇੱਥੇ ਨਹਾਤੇ, ਆਹ ਕੀਤਾ। ਬਸ ਬਹੁਤ ਤੀਰਥ ਭਵਿਆ ਤੇਤੋਂ ਲਵਿਆ, ਬਹੁਤ ਪੇਖ ਕੀਆ ਦੇਹੀ ਦੁੱਖ ਦੀਆ। ਦੇਖ ਲਓ, ਪੜ੍ਹਨ ਤੋਂ ਲਿਆ ਤੀਰਥਾਂ ਤੇ, ਫਿਰ ਹੁਣ ਭੇਖ ਦੇ ਉੱਤੇ ਆਏ ਆ ਮਹਾਰਾਜ। ਇੱਕ ਇੱਕ ਜਿਹੜਾ ਹੈਗਾ ਮਹਾਰਾਜ ਨੇ ਜਿਹੜਾ ਹੈਗਾ
ਤਰਾਸ਼ ਦੇਣਾ ਹੈ ਪੂਰੇ, ਜਿਹੜੇ ਜਿਹੜੇ ਪੱਥਰ ਲੱਗੇ ਹੋਏ ਆ ਸਾਰੇ ਦੇ ਸਾਰੇ। ਬਹੁ ਭੇਖ ਕੀਆ ਦੇਹੀ ਦੁੱਖ ਦਿਆ, ਕਹਿੰਦੇ ਜਿੰਨਾ ਮਰਜੀ ਭੇਖ ਕਰ ਲਾ ਸਰੀਰ ਦੇ ਉੱਤੇ, ਜੋ ਮਰਜੀ ਕਰ ਲਾ, ਸਰੀਰ ਨੂੰ ਦੁੱਖ ਦੇ ਰਿਹਾ, ਵੱਧ ਤੋਂ ਵੱਧ ਜਿਹੜਾ ਹੈ ਵਜਨ ਆਏਗਾ ਸਰੀਰ ਦੇ ਉੱਤੇ। ਬਹੁ ਭੇਖ ਕੀਆ ਦੇਹੀ ਦੁੱਖ ਦਿਆ, ਸੌਵੇ ਜੀਆ ਆਪਣਾ ਕੀਆ, ਕਹਿੰਦੇ ਤੇਰੀ ਮਰਜ਼ੀ ਹੈ, ਤੂੰ ਕੀਤਾ ਹੈ, ਸਹਿ ਹੁਣ, ਤੂੰ ਤਕਲੀਫ ਹੋ ਰਹੀ ਹੈ ਸਹਿ ਹੁਣ, ਤੈਨੂੰ ਅੰਨ ਨਾ ਖਾਇਆ ਸਾਧ ਗਵਾਇਆ, ਅੰਨ ਨਹੀਂ ਖਾਂਦੇ ਕਈ, ਕਹਿੰਦੇ ਜੀ ਅਸੀਂ ਤਾਂ ਅੰਨ ਤਿਆਗ ਦਿੱਤਾ ਹੈ, ਕਹਿੰਦੇ ਤੂੰ ਸਵਾਦ ਗਵਾ ਲਿਆ ਪਾਏ, ਜਿਹੜਾ ਥੋੜ੍ਹਾ ਬਹੁਤ ਸਰੀਰ ਦੇ ਵਾਸਤੇ ਚਾਹੀਦਾ ਸੀਗਾ ਉਹ ਗਵਾ ਲਿਆ ਤੂੰ। ਬਹੁਤ ਦੁੱਖ ਪਾਇਆ ਦੂਜਾ ਪਾਇਆ, ਔਰ ਤੈਨੂੰ ਡੁਐਲਿਟੀ ਪਸੰਦ ਆ ਗਈ ਹੈ, ਡੁਐਲਿਟੀ ਪਸੰਦ ਆ ਗਈ ਹੈ, ਉਹ ਇੱਕ ਨਾਮ ਪਰਮਾਤਮਾ ਦਾ ਧਿਆਨ ਸਿਮਰਨ ਜਿਹੜਾ ਹੈ ਉਹ ਰਸਤਾ ਛੱਡ ਕੇ, ਤੇ ਤੈਨੂੰ ਮਾਇਆ ਵਾਲਾ ਜਿਹੜਾ ਹੈ ਕਰਮ ਕਾਂਡਾਂ ਵਾਲਾ, ਮਾਇਆ ਵਾਲਾ ਕੀ ਕਰਮ ਕਾਂਡਾਂ ਵਾਲਾ, ਬਾਹਰ ਦੇ ਤੀਰਥਾਂ ਵਾਲਾ, ਇਹ ਪੜ੍ਹਨ ਵਾਲਾ, ਇਹ ਸਾਰੇ ਦੇ ਸਾਰੇ ਇਹ ਜਿਹੜਾ ਹੈਗਾ ਬਹੁ ਭੇਖ ਕੀਆ ਦੇਹੀ ਦੁੱਖ ਦਿਆ, ਇਹ ਸਾਰਾ ਤੈਨੂੰ ਪਸੰਦ ਆ ਗਿਆ ਹੈ। ਬਹੁਤ ਦੁੱਖ ਪਾਇਆ ਦੂਜਾ ਪਾਇਆ, ਤੇਰੀ ਮਰਜ਼ੀ, ਤੈਨੂੰ ਪਾਇਆ ਹੈ ਦੂਜਾ, ਚੁਆਇਸ ਤੇਰੀ ਹੈਗੀ ਆ। ਬਹੁਤ ਦੁੱਖ ਪਾਇਆ ਦੂਜਾ ਪਾਇਆ, ਵਸਤਰ ਨਾ ਪਹਿਰੇ ਅਹਨਿਸ ਕਹਿਰੇ, ਨਹੀਂ ਕੱਪੜੇ ਪਾਉਂਦਾ, ਕਈ ਜਿਹੜੇ ਨੰਗੇ ਹੀ ਰਹਿੰਦੇ ਆ, ਤੇਰੀ ਮਰਜ਼ੀ ਹੈ, ਠੰਡ ਸਹਿ ਅਹਨਿਸ ਰਾਤ ਦਿਨ ਜਿਹੜਾ ਹੈਗਾ ਸਹਿਣਾ ਪਊਗਾ, ਜੇ ਧੁੱਪ ਹੈਗੀ ਤਾਂ ਧੁੱਪ ਸਹਿਣੀ ਪਊਗੀ, ਜੇ ਰਾਤ ਠੰਡ ਹੈਗੀ ਤੇ ਠੰਡ ਸਹਿਣੀ ਪਊਗੀ, ਬਾਰਿਸ਼ ਹੈਗੀ ਤੇ ਬਾਰਿਸ਼ ਸਹਿਣੀ ਪਊਗੀ। ਵਸਤਰ ਨਾ ਪਹਿਰੇ ਅਹਨਿਸ ਕਹਿਰੇ, ਮੌਨ ਵਿਗੂਤਾ ਕਿਉਂ ਜਾਗੇ ਗੁਰਬਿਨ ਸੂਤਾ, ਮੌਨੀ ਕਈ ਮੌਨ ਰੱਖ ਲੈਂਦੇ ਆ ਭਾਈ, ਆਪਣੇ ਆਪ ਨੂੰ ਸਮਝਦੇ ਵੀ ਅਸੀਂ ਜਿਹੜੇ ਹੈਗੇ ਆ ਬਿਲਕੁਲ ਜਿਹੜਾ ਹੈਗਾ ਫਾਲਤੂ ਇੱਧਰ ਉੱਧਰ ਜਿਹੜੇ ਹੈਗੇ, ਕਿਉਂ ਆਪਾਂ ਜਿਹੜੇ ਹੈਗੇ ਸਮਾਂ ਵੇਸਟ ਕਰੀਏ, ਬਸ ਰਸਤਾ ਹੈ ਹੀ ਨਹੀਂ, ਬ੍ਰਹਮ ਗਿਆਨ ਹੈ ਹੀ ਨਹੀਂ, ਗੁਰੂ ਗਾਈਡ ਹੈ ਹੀ ਨਹੀਂ, ਸਤਿਗੁਰੂ ਦਾ ਗਿਆਨ ਹੈ ਨਹੀਂ ਗਾ। ਮੌਨ ਵਿਗੂਤਾ ਕਿਉਂ ਜਾਗੇ ਗੁਰਬਿਨ ਸੂਤਾ, ਕਹਿੰਦੇ ਗੁਰੂ ਤੋਂ ਬਗੈਰ ਕਿਵੇਂ ਜਾਗ ਸਕਦਾ ਆ। ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਕਹਿੰਦੇ ਪੈਰਾਂ ਦੇ ਵਿੱਚ ਜੁੱਤੀ ਨਹੀਂ ਪਾਈ ਤੇ ਫਿਰ ਪਾਈ ਤੇਰੀ ਮਰਜ਼ੀ। ਹਾਂਜੀ, ਪੱਗੋਂ ਪੈਤਾਣਾ ਨਹੀਂ ਹੋ ਸਕਦਾ? ਨਹੀਂ, ਪੱਗੋਂ ਦੇਖ ਲੈਣਾ ਵੀਰ ਜੀ, ਪੱਗ ਪੈਰ ਦੀ ਗੱਲ ਹੋ ਰਹੀ ਹੈ, ਦੋਨੋਂ ਪੈਰਾਂ ਦੇ ਵਿੱਚ ਪੱਗ ਜਿਹੜੇ ਹੈਗੇ ਔਂਕੜ ਨਹੀਂ ਲੱਗੀ ਹੋਈ। ਉੱਪੇ ਤਾਣਾ ਮਤਲਬ ਨਹੀਂ ਪਾਈ ਹੋਈ, ਕੁਛ ਨਹੀਂ ਪਾਇਆ, ਪੇ ਤਾਣਾ ਪਾਇਆ ਪੈਰਾਂ ਤੋਂ ਬਗੈਰ, ਉੱਪੇ ਤਾਣਾ। ਮਕਸਦ ਇਹੀ ਹੈਗਾ ਵੀਰ ਜੀ ਕਿ ਪੈਰਾਂ ਦੇ ਵਿੱਚ ਜੁੱਤੀ ਨਹੀਂ ਪਾਈ ਹੋਈ। ਠੀਕ ਹੈ। ਆਪਣਾ ਕੀਆ ਕਮਾਣਾ, ਕਹਿੰਦੇ ਕੀਤਾ ਹੋਇਆ ਤਾਂ ਆਪਣਾ ਹੀ ਹੈ ਤੇਰਾ ਭਾਈ, ਤੇਰੀ ਆਪਣੀ ਆਪਣਾ ਹੈ, ਤੇਰੀ ਤੇ ਇਹ ਸਾਰਾ ਕੁਝ ਜਿਹੜਾ ਹੈਗਾ ਤੇਰੀ ਆਪਣੀ ਚੁਆਇਸ ਹੈਗੀ ਆ। ਅਲਮਲ ਖਾਈ ਸਿਰ ਛਾਈ ਪਾਈ, ਔਰ ਕਈ ਐਸੇ ਹੈਗੇ ਜਿਹੜੇ ਦੇਖ ਲਓ ਝੂਠ ਝਾੜ ਜਿਹੜੇ ਆ ਇੱਧਰੋਂ ਉੱਧਰੋਂ ਜਿਹੜਾ ਹੈਗਾ ਮੰਗ ਕੇ ਖਾ ਲੈਂਦੇ ਆ, ਤੇ ਫਿਰ ਜਿਹੜੇ ਹੈਗੇ ਕਹਿੰਦੇ ਤੇਰੀ ਮਰਜ਼ੀ ਆ, ਤੇ ਸਿਰ ਤੇ ਸੁਆਹ ਪਾਉਣੀ ਹੈ ਤੇ ਤੂੰ ਸੁਆਹ ਪਵਾ ਕੇ ਜਿਹੜੇ ਹੈਗੇ ਬਾਲ ਪੁਟਾ ਲੈਂਦੇ ਆ, ਤੇ ਤੇਰੀ ਆਪਣੀ ਚੁਆਇਸ ਹੈਗੀ। ਕਹਿੰਦੇ ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪੱਤ ਗਵਾਈ, ਇਸ ਤਰ੍ਹਾਂ ਇਹ ਮੂਰਖ ਨੇ, ਅੰਨੇ ਨੇ ਹਨੇਰੇ ਦੇ ਵਿੱਚ ਹੀ ਆਪਣੀ ਜਿਹੜੀ ਹੈਗੀ ਪੱਤ ਜਿਹੜੀ ਹੈਗੀ ਗਵਾ ਲਈ, ਇਹਦੀ ਪੱਤ ਗਵਾ ਲਈ, ਇਹਨੇ ਪੱਤ ਬਣਾ ਸਕਦਾ ਸੀਗਾ ਲੋਕ ਪਰਲੋਕ ਦੇ ਵਿੱਚ, ਕਹਿੰਦੇ ਉਹ ਇਹਨੇ ਗਵਾ ਲਈ। ਵਿਣ ਨਾਮ ਹੈ ਕਿਛ ਥਾਂ ਨਾ ਪਾਈ, ਦੇਖ ਲਓ ਨਾਮ ਤੋਂ ਬਗੈਰ ਕਹਿੰਦੇ ਕੋਈ ਚੀਜ਼ ਥਾਂ ਤੇ ਨਹੀਂ ਪੈਣੀ, ਰਸਤਾ ਤਾਂ ਨਾ ਉਹੀ ਇੱਕ ਰਸਤਾ ਹੈਗਾ, ਉਸ ਤੋਂ ਇਲਾਵਾ ਕੋਈ ਰਸਤਾ ਹੀ ਨਹੀਂ ਹੈਗਾ। ਰਹੇ ਬੇਬਾਣੀ ਮੜੀ ਮਸਾਣੀ, ਹੁਣ ਬੀਆਬਾਨ 'ਚ ਵੀ ਕਈ ਰਹਿੰਦੇ ਆ, ਜਾ ਕੇ ਜੰਗਲਾਂ 'ਚ ਤੇ ਘਰ ਗ੍ਰਸਤੀ ਤਿਆਗ ਦਿੰਦੇ ਆ, ਮੜੀਆਂ ਦੇ ਵਿੱਚ ਰਹਿੰਦੇ ਆ, ਮਸਾਣਾਂ ਦੇ ਵਿੱਚ ਜਾ ਕੇ ਰਹਿੰਦੇ ਆ। ਅੰਧ ਨਾ ਜਾਣੇ ਫਿਰ ਪਛਤਾਣੀ, ਅੰਧੇ ਰਸਤਾ ਪਤਾ ਹੀ ਨਹੀਂ ਹੈ, ਬਾਅਦ 'ਚ ਪਛਤਾਉਂਦੇ ਜਦ ਸਮਾਂ ਲੰਘ ਗਿਆ, ਕੁਛ ਹਾਸਲ ਨਹੀਂ ਹੋਇਆ। ਕਰਨਾ ਕੀ ਸੀਗਾ, ਸਤਿਗੁਰ ਭੇਟੇ ਸੋ ਸੁਖ ਪਾਏ, ਗੁਰੂ ਨੂੰ ਭੇਟਣਾ ਸੀ ਪਾਏ, ਬ੍ਰਹਮ ਗਿਆਨ ਲੈਣਾ ਸੀਗਾ, ਸੁਖੀ ਹੋਣਾ ਸੀਗਾ। ਕਿਵੇਂ? ਹਰ ਕਾ ਨਾਮ ਮਨ ਵਸਾਏ, ਨਾਮ ਪਰਮੇਸ਼ਰ ਦਾ ਮਨ ਦੇ ਵਿੱਚ ਵਸਾਉਣਾ ਸੀਗਾ। ਨਾਨਕ ਨਦਰ ਕਰੇ ਜਿਤ ਸੋ ਪਾਏ, ਆ ਸੰਦੇਸੇ ਤੇ ਨੇ ਕੇਵਲ ਹਉਮੈ ਸ਼ਬਦ ਜਲਾਏ, ਕਹਿੰਦੇ ਜੇ ਮਾਲਕ ਪਰਮਾਤਮਾ ਨੇ ਮਿਹਰ ਕਰ ਦਿੰਦਾ ਹੈ ਮਾਲਕ, ਤੇ ਉਹਨੂੰ ਇਹ ਪ੍ਰਾਪਤੀ ਹੋ ਜਾਂਦੀ ਆ, ਔਰ ਉਹ ਜਿਹੜਾ ਹੈਗੇ ਆਪਣੇ ਜਿਹੜੇ ਹੈਗੇ ਉਹਦੇ ਅੰਦਰੋਂ ਜਿਹੜੇ ਹੈਗੇ ਆ ਇਹ ਨੁਕਤਾ ਚੀਨੀਆਂ ਜਿਹੜੀਆਂ ਹੈਗੀਆਂ ਆ ਸੰਦੇਸੇ ਜਿਹੜੇ ਵੀ ਹੈਗੇ ਉਹਦੇ ਡਾਊਟ ਸਾਰੇ ਦੇ ਸਾਰੇ ਜਿਹੜੇ ਆ ਉਸ ਤੋਂ ਨੇ ਕੇਵਲ ਹੋ ਕੇ ਉਹ ਧਿਆਨ ਸਿਮਰਨ ਦੇ ਦੁਆਰਾ ਹਉਮੈ ਨੂੰ ਸ਼ਬਦ ਦੇ ਦੁਆਰਾ ਸਾੜ ਦਿੰਦਾ ਹੈ। ਹਉਮੈ ਸ਼ਬਦ ਜਲਾਏ।
ਇਹਦੇ ਵਿੱਚ ਦੇਖ ਲਓ, ਇਹ ਜਿਹੜਾ ਹੈਗਾ ਆਪਾਂ ਇਹ ਨਹੀਂ ਕਹਿ ਰਹੇ ਕਿ ਇਹਦੇ ਵਿੱਚ ਮਹਾਰਾਜ ਇਹ ਨਹੀਂ ਕਹਿ ਰਹੇ ਕਿ ਗਿਆਨ ਨਹੀਂ ਲੈਣਾ। ਇਹਦੇ ਵਿੱਚ ਦੇਖੋ ਇੰਟਰਪ੍ਰੀਟੇਟ ਨਹੀਂ ਹੋਣਾ ਚਾਹੀਦਾ ਆਪਾਂ ਨੂੰ। ਜਿਹੜਾ ਹੈਗਾ ਮਹਾਰਾਜ ਕਹਿੰਦੇ ਗਿਆਨ ਲੈ ਕੇ ਗਿਆਨ ਨੂੰ ਕਰਨਾ ਕੀ ਹੈਗਾ। ਗਿਆਨ ਤਾਂ ਇੱਕ ਟੂਲ ਹੈਗਾ ਜਿਹਨੂੰ ਵਰਤਣਾ ਹੈਗਾ ਆਪਾਂ ਨੇ। ਪੌੜੀ ਆ ਗਈ ਜੀ। ਭਗਤ ਤੇਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ। ਕਹਿੰਦੇ ਜਿਹੜੇ ਭਗਤ ਹੈਗੇ ਉਹ ਤੇਰੇ ਮਨ ਨੂੰ ਭਾਉਂਦੇ ਆ, ਕਿਉਂਕਿ ਮਾਲਕ ਪਰਮਾਤਮਾ ਨੇ ਖੇਡ ਹੀ ਬਣਾਈ ਹੈ, ਇਸੇ ਦੇ ਵਾਸਤੇ ਖੇਡ ਬਣਾਈ ਹੈ। ਭਗਤੀ ਤਾਂ ਪੈਦਾ ਕਰਨਾ ਚਾਹੁੰਦਾ ਹੈ ਉਹ। ਭਗਤ ਤੇਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ, ਕਿਉਂਕਿ ਤੇਰੇ ਦਰ ਤੇ ਪਹੁੰਚੇ ਹੁੰਦੇ ਆ। ਦਰੇ ਸੋਹਣ ਸੋਭਦੇ ਆ ਔਰ ਕੀਰਤ ਗਾਉਂਦੇ ਆ, ਧਿਆਨ ਸਿਮਰਨ ਕਰਦੇ ਆ, ਤੇਰੀ ਕੀਰਤੀ ਕਰਦੇ ਆ। ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲੈਣੀ ਧਾਮ ਦੇ। ਜਿਹੜੇ ਕਰਮਾਂ ਤੋਂ ਬਾਹਰ ਹੈ, ਜਿਨ੍ਹਾਂ ਦੇ ਕਰਮਾਂ ਦੇ ਵਿੱਚ ਨਹੀਂ ਹੈਗੀ ਇਹ ਚੀਜ਼, ਉਹ ਫਿਰ ਤੇਰੇ ਦਰ ਤੇ ਢੋ ਨਹੀਂ ਮਿਲਦੀ। ਔਰ ਉਹ ਜਿਹੜੇ ਹੈਗੇ ਧਾਉਂਦੇ ਰਹਿੰਦੇ 84 ਲੱਖ ਦੇ ਵਿੱਚ। ਇੱਕ ਮੂਲ ਨਾ ਬੂਝਣਾ ਆਪਣਾ ਅਣਹੋਂਦਾ ਆਪ ਗਣਾਏਂਦੇ। ਇੱਕ ਜਿਹੜੇ ਹੈਗੇ ਮੂਲ ਨੂੰ ਨਹੀਂ ਬੁੱਝਦੇ, ਮਾਲਕ ਪਰਮਾਤਮਾ ਨੂੰ ਨਹੀਂ ਬੁੱਝਦੇ, ਉਹ ਜਿਹੜੇ ਹੈਗੇ ਅਣਹੋਂਦਾ, ਉਹਨਾਂ ਦੇ ਅੰਦਰ ਹੈ ਨਹੀਂ ਗਾ ਕੁਛ ਵੀ, ਕੱਖ ਵੀ ਨਹੀਂ ਹੈਗਾ। ਮੇਰੇ ਵਰਗੇ ਜਿਹੜੇ ਹੈਗੇ ਆ ਉਹ ਅਣਹੋਂਦਾ ਆਪ ਗਣਾਉਂਦੇ, ਆਪਣੇ ਆਪ ਨੂੰ ਗਣਾਉਂਦੇ ਆ, ਆਪਣੀ ਹਉਮੈ ਜਿਹੜੀ ਹੈਗੀ ਜ਼ਾਹਿਰ ਕਰਦੇ ਆ। ਇੱਕ ਮੂਲ ਨਾ ਬੁੱਝਣ ਆਪਣਾ ਅਣਹੋਂਦਾ ਆਪ ਗਣਾਉਂਦੇ। ਹੁਣ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਇਂਦੇ। ਦੇਖੋ ਪਹਿਲੀ ਪਾਤਸ਼ਾਹੀ ਕੀ ਕਹਿ ਰਹੀ ਹੈ। ਕਹਿੰਦੇ ਮੈਂ ਤਾਂ ਤੇਰਾ ਢਾਡੀ ਆ ਮਾਲਕਾ, ਮੈਂ ਤਾਂ ਬਹੁਤ ਨੀਵੀਂ ਜਾਤ ਦਾ ਹੈ, ਨੀਵੇਂ ਕਰਮਾਂ ਵਾਲਾ ਹੈਗਾ। ਬਾਕੀ ਉੱਤਮ ਜਾਤ ਸਦਾਇਂਦੇ। ਤਿਨ੍ਹੈ ਮੰਗਾ ਜੇ ਤੁਝੇ ਧਿਆਇਂਦੇ। ਮਾਲਕਾ ਮੇਰ ਕਰ, ਮੈਨੂੰ ਉਹਨਾਂ ਦੀ ਸੰਗਤ ਦੇ ਜਿਹੜਾ ਤੇਰੇ ਧਿਆਨ ਸਿਮਰਨ ਕਰਦੇ ਆ। ਤਿਨ੍ਹੈ ਮੰਗਾ ਜੇ ਤੁਝੇ ਧਿਆਇਂਦੇ। ਸ਼ਲੋਕ ਮਹੱਲਾ ਪਹਿਲਾ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਹੁਣ ਦੇਖ ਲਓ ਦੁਨੀਆ ਦੇ ਵਿੱਚ ਕਹਿੰਦੇ ਆ ਭਾਈ, ਦੇਖ ਲਓ ਰਾਜਾ ਪ੍ਰਜਾ ਤੇ ਸਾਰਾ ਸੰਸਾਰ, ਕਹਿੰਦੇ ਸਾਰਾ ਕੁਛ ਜਿਹੜਾ ਹੈਗਾ ਫੈਬਰੀਕੇਟਡ ਹੈਗਾ, ਇਹ ਸੱਚ ਨਹੀਂ ਹੈਗਾ। ਇਹਦੇ ਪਿੱਛੇ ਪਾਵਰ ਆ ਮਾਲਕ ਪਰਮਾਤਮਾ ਦੀ। ਇਹਦੇ ਪਿੱਛੇ ਸੱਚ ਹੈ, ਆਪਾਂ ਨੂੰ ਨਹੀਂ ਦਿਸ ਰਿਹਾ। ਜੋ ਕੁਛ ਵੀ ਇਹ ਰਾਜਾ ਤੇ ਪ੍ਰਜਾ ਤੇ ਜਿਹੜੇ ਹੈਗੇ ਹੋਰ ਸਾਰਾ ਸੰਸਾਰ, ਸਾਰੇ ਪਦਾਰਥ, ਜੋ ਕੁਛ ਵੀ ਹੈਗਾ, ਕੂੜ ਮੰਡਪ, ਇਹ ਮੰਡਪ ਸ਼ਾਮਿਆਨੇ, ਕੂੜ ਮਾੜੀ ਮਹਿਲ ਮਾੜੀਆਂ, ਕੂੜ ਪੈਸਣਹਾਰ, ਕਹਿੰਦੇ ਇਹ ਵੀ ਤੇ ਬੈਠਣ ਵਾਲੇ ਵੀ ਉਹ ਵੀ ਕੂੜ ਹੈਗੇ, ਉਹ ਵੀ ਝੂਠ ਹੈਗਾ, ਉਹ ਵੀ ਸੱਚ ਨਹੀਂ ਹੈਗਾ, ਉਹ ਵੀ ਮਾਇਆ ਹੈ, ਛਲ ਹੈ। ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ। ਔਰ ਸੋਨਾ ਤੇ ਚਾਂਦੀ ਤੇ ਹੋਰ ਪਾਉਣ ਵਾਲੇ ਜਿਹੜੇ ਹੈਗੇ ਇਹਨਾਂ ਨੂੰ, ਉਹ ਵੀ ਕਹਿੰਦੇ ਸਾਰੇ ਦੇ ਸਾਰੇ ਝੂਠ ਹੈਗੇ। ਹੁਣ ਇੱਥੇ ਸੋਨਾ ਕੀ ਹੈਗਾ ਤੇ ਰੂਪਾ ਕੀ ਹੈਗਾ? ਰੂਪਾ ਚਾਂਦੀ ਨੂੰ ਕਹਿੰਦੇ ਆ, ਔਰ ਸੋਨਾ ਜਿਹੜਾ ਹੈਗਾ, ਸੋਨਾ ਤਾਂ ਠੀਕ ਹੈ ਜੀ, ਪਾਉਣ ਵਾਲੇ ਵੀ ਕਹਿੰਦੇ ਆ ਕੂੜ ਹੈਗੇ। ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ। ਔਰ ਇਹ ਕੂੜ ਕਾਇਆ ਜਿਹੜੀ ਹੈਗੀ ਆਪਣੀ ਸੂਖਸ਼ਮ ਕਾਇਆ ਹੈਗੀ ਆ, ਕੂੜ ਕਾਇਆ, ਕੂੜ ਕੱਪੜ ਜਿਹੜਾ ਹੈ ਆਪਣਾ ਸਰੀਰ, ਕੂੜ ਰੂਪ ਅਪਾਰ, ਕਹਿੰਦੇ ਜਿੰਨਾ ਵੀ ਸੋਹਣਾ ਸਰੀਰ ਹੋਏ, ਤੇਰਾ ਰੂਪ ਹੋਏ, ਕਹਿੰਦੇ ਉਹ ਵੀ ਝੂਠ ਹੈਗਾ ਭਾਈ। ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ। ਦੇਖ ਲਓ, ਕਹਿੰਦੇ ਬੰਦੇ ਤੇ ਤੀਵੀਂ, ਆਪਾਂ ਨੂੰ ਭੁਲੇਖਾ ਹੈਗਾ ਨਾ, ਆਪਾਂ ਬੰਦੇ ਹੈਗੇ, ਆਪਾਂ ਤੀਵੀਂ ਨੇ, ਆਪਾਂ ਜਿਹੜੇ ਹੈਗੇ ਜੋਤ ਹੈਗੇ ਉਹ ਮਾਲਕ ਪਰਮਾਤਮਾ ਦੀ। ਇਹ ਬੰਦਾ ਤੀਵੀਂ ਬਣਾ ਕੇ ਮਾਲਕ ਪਰਮਾਤਮਾ ਨੇ ਇਹਦੇ ਵਿੱਚ ਹੀ ਜਿਹੜਾ ਹੈਗਾ ਆਪਸ ਦੇ ਵਿੱਚ ਹੀ ਉਹਨਾਂ ਦੀ ਖਿੱਚ ਬਣਾ ਦਿੱਤੀ ਆ, ਮੋਹ ਪੈਦਾ ਕਰ ਦਿੱਤਾ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਕਹਿੰਦੇ ਇਹਦੇ ਵਿੱਚ ਹੀ ਜਿਹੜਾ ਹੈਗੇ ਖੱਪ ਕੇ ਜਿਹੜਾ ਹੈਗਾ ਇਸ ਮੋਹ ਦੇ ਵਿੱਚ ਹੀ ਜਿਹੜਾ ਹੈਗਾ ਆਪਣੀ ਜਨਮ ਜਿਹੜਾ ਹੈਗਾ ਵਿਅਰਥ ਜਿਹੜਾ ਹੈਗਾ ਗਵਾ ਲੈਂਦੇ ਆ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ। ਖਾਰ ਕਹਿੰਦੇ ਦੁਖੀ ਹੋਣਾ। ਕੂੜ ਕੂੜੈ ਨਿਹੁ ਲੱਗਾ ਵਿਸਰਿਆ ਕਰਤਾਰ। ਬਸ ਕਹਿੰਦੇ ਕੂੜ ਦਾ ਕੂੜ ਦੇ ਨਾਲ ਹੀ ਨਿਹੁ ਲੱਗ ਗਿਆ ਤੇ
ਉਹ ਮਾਲਕ ਪਰਮਾਤਮਾ ਦੇ ਵਿੱਚ ਆਇਆ ਹੀ ਨਹੀਂ ਕਿਤੇ ਵੀ। ਮਾਲਕ ਪਰਮਾਤਮਾ ਵਿੱਚ ਆਏ ਨੇ ਆਕਾਰ ਦਾ, ਆਕਾਰ ਦੇ ਨਾਲ ਹੀ ਮੋਹ ਹੋ ਗਿਆ। ਇਹ ਮਾਲਕ ਨੇ ਔਰਤ ਔਰ ਆਦਮੀ ਪੈਦਾ ਕੀਤੇ, ਦੇਖ ਲਓ ਮੀਆਂ ਔਰ ਬੀਬੀ। ਖੱਪ ਹੋਏ ਖਾਰ, ਕੂੜ ਕੂੜੇ ਨੇਹੋ ਲੱਗਾ, ਵਿਸਰਿਆ ਕਰਤਾਰ। ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣ ਹਾਰ। ਕਹਿੰਦੇ ਹੁਣ ਫਿਰ ਦੋਸਤੀ ਕਿਹਦੇ ਨਾਲ ਕਰੀਏ? ਸਾਰਾ ਸੰਸਾਰ ਹੀ ਚੱਲਣ ਵਾਲਾ ਹੈ ਭਾਈ। ਇਹ ਸਾਰਾ ਸੰਸਾਰ ਹੀ ਝੂਠ ਹੈਗਾ, ਤੇ ਦੋਸਤੀ ਕਿਹਦੇ ਨਾਲ ਕਰੀਏ? ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣ ਹਾਰ। ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੇ ਪੂਰ। ਕਹਿੰਦੇ ਜਿਹੜਾ ਸੰਸਾਰ ਹੈਗਾ, ਇਹ ਦੁਨੀਆ ਇੰਨਾ ਜ਼ਿਆਦਾ ਆਕਰਸ਼ਣ ਹੈਗਾ ਇਹਦੇ ਵਿੱਚ, ਇੰਨਾ ਮਿੱਠਾ ਹੈਗਾ, ਸ਼ਹਿਦ ਵਾਂਗੂ ਮਿੱਠਾ। ਕੂੜ ਮਾਖਿਓ, ਮਾਖਿਓ ਕਹਿੰਦੇ ਸ਼ਹਿਦ ਨੂੰ, ਇੰਨਾ ਮਿੱਠਾ ਹੈਗਾ। ਕਹਿੰਦੇ ਇੰਨਾ ਇਹਦੇ ਅੰਦਰ ਮੋਹ ਹੈਗਾ, ਇੰਨੀ ਇਹਦੇ ਅੰਦਰ ਮਿਠਾਸ ਪਾਈ ਹੈ ਮਾਲਕ ਪਰਮਾਤਮਾ ਨੇ, ਛਣ ਪੰਗੁਰ। ਔਰ ਜਿਹੜੀ ਹੈ ਉਹ ਮਿਠਾਸ ਕਹਿੰਦੇ ਆ ਉਹ ਪੂਰਾਂ ਦੇ ਪੂਰ ਡੋਬ ਰਹੀ ਹੈ, ਪੂਰਾਂ ਦੇ ਪੂਰ ਡੋਬ ਰਹੀ ਹੈ। ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੇ ਪੂਰ। ਨਾਨਕ ਵਖਾਣੇ ਬੇਨਤੀ, ਤੁਧ ਬਾਜ ਕੂੜੋ ਕੂੜ। ਮਹਾਰਾਜ ਬੇਨਤੀ ਕਰ ਰਹੇ, ਹੇ ਮੇਰੇ ਮਾਲਕਾ, ਤੇਰੇ ਤੋਂ ਬਗੈਰ, ਤੇਰੇ ਨਾਲ ਪਿਆਰ ਪਾਉਣ ਤੋਂ ਬਗੈਰ ਜਿਹੜਾ ਹੈਗਾ ਬਾਕੀ ਸਾਰਾ ਕੂੜੋ ਕੂੜ ਹੈਗਾ। ਇੱਥੇ ਨੁਕਤਾ ਦੇ ਰਹੇ ਆ ਵੀ ਪਿਆਰ ਪਾਉਣਾ ਹੈ ਮਾਲਕ ਦੇ ਨਾਲ ਪਾਉਣਾ ਹੈ। ਸੱਚ ਮਾਲਕ ਪਰਮਾਤਮਾ ਹੈਗਾ। ਨਾਨਕ ਵਖਾਣੇ ਬੇਨਤੀ, ਕੱਕੇ ਨੂੰ ਔਂਕੜ ਲਗਾ ਕੇ ਕਹਿ ਰਹੇ ਮਹਾਰਾਜ, ਪਰਸਨਲੀ ਆਪਣੇ ਤੇ ਘਟਾ ਕੇ ਕਹਿ ਰਹੇ ਕਿ ਮੇਰੀ ਤਾਂ ਬੇਨਤੀ ਹੈ ਮਾਲਕਾ, ਤੇਰੇ ਤੋਂ ਬਗੈਰ ਸਾਰਾ ਕੂੜ ਹੈਗਾ। ਨਾਨਕ ਵਖਾਣੇ ਬੇਨਤੀ, ਤੁਧ ਬਾਜ ਕੂੜੋ ਕੂੜ। ਇਹ ਆਸਾ ਦੀ ਵਾਰ ਜਿਹੜੀ ਹੈ ਇਸ ਵਾਸਤੇ ਲੱਗੀ ਹੈ ਭਾਈ, ਬਹੁਤ ਜਿਹੜੀ ਹੈਗੀ ਇਹ ਤਾਂ ਕਮਾਲ ਹੀ ਹੋਈ ਪਈ ਹੈ। ਵੀ ਜੀ ਤੇ ਕੂੜ ਦਾ ਮਤਲਬ ਬਿਨਸਨਹਾਰ? ਹਾਂ, ਕੂੜ ਦਾ ਮਤਲਬ ਹੈ ਝੂਠ। ਕੂੜ ਦਾ ਮਤਲਬ ਹੈ ਝੂਠ। ਕੂੜ ਉਹਦੇ ਫੋਕ ਕਹਿ ਲਓ, ਫੋਕ ਹੈ ਬਿਲਕੁਲ। ਕੂੜ ਦਾ ਮਤਲਬ ਫੋਕ। ਠੀਕ ਹੈ। ਹਾਂ, ਮਹੱਲਾ ਪਹਿਲਾ। ਵੀਰ ਜੀ, ਹਾਂਜੀ ਹਾਂਜੀ ਵੀਰ ਜੀ, ਜਿਹੜੀ ਆਸਾ ਦੀ ਵਾਰ ਹੈ ਆਪਣੇ ਰੋਜ਼ ਸੱਚਖੰਡ ਅੰਮ੍ਰਿਤਸਰ ਤੋਂ ਆਪਾਂ ਸੁਣਦੇ ਹਾਂ, ਦੇਖ ਲਓ ਰੋਜ਼ ਹੀ। ਕੁਝ ਪਤਾ ਇਹਦੇ ਬਾਰੇ ਕੀ ਕਹਿ ਰਹੀ ਹੈ? ਸੁਣ ਕੇ ਬਾਰੇ ਕਰ ਦਿੱਤੀ ਹੈ। ਹਰੇਕ ਗੁਰਦੁਆਰੇ ਤੇ ਰੋਜ਼ ਲੱਗਦੀ ਆ, ਜ਼ਿਆਦਾਤਰ ਗੁਰਦੁਆਰਿਆਂ 'ਚ ਰੋਜ਼ ਲੱਗਦੀ ਹੈ। ਹਾਂਜੀ ਹਾਂਜੀ। ਮਹੱਲਾ ਪਹਿਲਾ। ਸੱਚ ਤਾਂ ਪਰ ਜਾਣੀਏ, ਜਾਂ ਹਿਰਦੈ ਸੱਚਾ ਹੋਏ। ਕਹਿੰਦੇ ਹੁਣ ਜੇ ਸੱਚ ਨੂੰ ਜਾਣਨਾ ਹੈ ਭਾਈ ਤੇ ਪਿਆਰਿਆ, ਅੰਦਰੋਂ ਡਿਮਾਂਡ ਨਿਕਲਣੀ ਚਾਹੀਦੀ ਹਿਰਦੇ 'ਚੋਂ। ਇਹ ਉੱਪਰੋਂ ਗੱਲ ਨਹੀਂ ਬਣਨੀ। ਦਿਲੋਂ ਅੰਦਰੋਂ ਪੁਕਾਰ ਉੱਠਣੀ, ਅੰਦਰੋਂ ਜਿਹੜੀ ਹੈਗੀ ਖਿੱਚ ਪੈਣੀ ਹੈ। ਅੰਦਰ ਸੱਚ ਦੀ ਇੱਛਾ ਹੋਏ। ਸੱਚ ਤਾਂ ਪਰ ਜਾਣੀਏ, ਜਾਂ ਹਿਰਦੈ ਸੱਚਾ ਹੋਏ। ਕੂੜ ਕੀ ਮਲ ਉਤਰੈ, ਤਨ ਕਰੇ ਅੱਛਾ ਧੋਏ। ਕੂੜ ਦੀ ਮੈਲ ਫਿਰ ਉਤਰੂਗੀ ਪਾਏ, ਔਰ ਤਨ ਕਰੇ ਅੱਛਾ ਧੋਏ। ਫਿਰ ਸਰੀਰ ਦੀ ਗੱਲ ਕਰੇ, ਸਰੀਰ ਤਾਂ ਨਾਸ਼ਵਾਨ ਹੈ। ਹੁਣ ਮਹਾਰਾਜ ਸਰੀਰ ਨੂੰ ਕਿਉਂ ਕਹਿ ਰਹੇ ਵੀ ਤਨ ਨੂੰ ਅੱਛਾ ਕਰਨਾ ਪਊਗਾ, ਤੈਨੂੰ ਧੋਣਾ ਪਊਗਾ ਤਨ ਨੂੰ, ਕਿਉਂਕਿ ਜਿਹੜਾ ਹੈਗਾ ਕਰਮ ਆਪਾਂ ਤਨ ਦੇ ਨਾਲ ਹੀ ਕਰਦੇ ਹਾਂ। ਇਹ ਗਿਆਨ ਇੰਦਰੀਆਂ ਦੇ ਨਾਲ ਜਿਹੜੇ ਹੈਗੇ ਆ ਆਪਾਂ ਜਿਹੜੇ ਹੈਗੇ ਆ ਇਹ ਜਿਹੜੇ ਹੈਗੇ ਜੋ ਮਾਲਕ ਨੇ ਜਿਹੜਾ ਹੈਗਾ ਇਹ ਜਾਲ ਪਾਇਆ ਹੋਇਆ ਹੈ, ਸਵਾਦਾਂ ਦਾ ਚੋਗਾ ਪਾਇਆ ਹੋਇਆ, ਇਸ ਤਨ ਦੇ ਨਾਲ ਹੀ ਪਾਈ ਉਹ ਚੋਗੇ ਨੂੰ ਆਪਾਂ ਜਿਹੜੇ ਹੈਗੇ ਖਾਂਦੇ ਹਾਂ, ਭੋਗਦੇ ਹਾਂ। ਕੂੜ ਕੀ ਮਲ ਉਤਰੈ, ਤਨ ਕਰੇ ਅੱਛਾ ਧੋਏ। ਇਹੀ ਜਿਹੜਾ ਹੈਗਾ ਜਦ ਤੱਕ ਆਪਾਂ ਜਿਹੜੇ ਹੈਗੇ ਇਹ ਆਪਣੀ ਜਿਹੜੀ ਹੈ ਮਾਇਆ ਦੇ ਨਾਲ ਜੋ ਮਾਲਕ ਨੇ ਪ੍ਰਕਿਰਤੀ ਪਾਈ ਹੈ ਇਹਦੀ ਜਿਹੜੀ ਹੈ ਖਿੱਚ ਬਣੀ ਹੋਈ ਆ ਆਪਣੇ ਅੰਦਰ, ਇਹਦੀ ਤਦ ਤੱਕ ਗੱਲ ਬਣੇਗੀ ਨਹੀਂ। ਇਹ ਹੌਲੀ ਹੌਲੀ ਇਹ ਖਿੱਚ ਜਾਏਗੀ, ਇਹ ਤਨ ਜਿਹੜਾ ਹੈਗਾ ਅੱਛਾ ਹੋਏਗਾ। ਕੂੜ ਕੀ ਮਲ ਉਤਰੈ, ਤਨ ਕਰੇ ਅੱਛਾ ਧੋਏ। ਸੱਚ ਤਾਂ ਪਰ ਜਾਣੀਏ, ਜਾਂ ਸੱਚ ਧਰੇ ਪਿਆਰ। ਸੱਚ ਨੂੰ ਪਿਆਰ ਕਰਨਾ ਪਊਗਾ ਤਾਂ ਜਿਹੜਾ ਹੈਗਾ ਸੱਚ ਨੂੰ ਜਾਣ ਲਏਗਾ ਭਾਈ। ਔਰ ਕੂੜ ਦੀ ਮੈਲ ਵੀ ਤਾਂ ਹੀ ਉਤਰੇਗੀ ਜੇ ਆਪਾਂ ਸੱਚ ਦੇ ਨਾਲ ਲੱਗਾਂਗੇ, ਜੇ ਹਿਰਦੇ 'ਚ ਸੱਚ ਦੀ ਇੱਛਾ ਹੋਏਗੀ। ਨਾਉ ਸੁਣ ਮਨ ਰਹਿਸੀਏ, ਤਾਂ ਪਾਏ ਮੋਖ ਦੁਆਰ। ਜੇ ਨਾਮ ਨੂੰ ਸੁਣ ਕੇ ਧਿਆਨ ਸਿਮਰਨ ਕਰਨ ਦੇ ਨਾਲ ਮਨ ਦੇ ਵਿੱਚ ਖੁਸ਼ੀ ਆ ਜਾਏ, ਮਨ ਖੁਸ਼ ਹੋਣਾ ਸ਼ੁਰੂ ਹੋ ਜਾਏ, ਤੇ ਫਿਰ ਮੁਕਤੀ ਦਾ ਦੁਆਰਾ ਵੀ ਲੱਭ ਜਾਂਦਾ ਹੈ। ਸੱਚ ਤਾਂ ਪਰ ਜਾਣੀਏ, ਜਾਂ ਜੁਗਤ ਜਾਣੇ ਜਿਉ। ਲਓ ਜੁਗਤੀ ਹੈ ਭਾਈ ਕਹਿੰਦੇ ਸੱਚ ਦੀ। ਸੱਚ ਤਾਂ ਪਤਾ ਲੱਗੂਗਾ ਜੇ ਜੁਗਤੀ ਲੈ ਲਾਂਗੇ। ਕਹਿੰਦੇ ਜੀਵ ਜਿਹੜਾ ਹੈਗਾ ਜੁਗਤੀ ਲੈ ਲਏਗਾ। ਜੁਗਤੀ ਮਿਲਣੀ ਹੈ ਗੁਰੂ ਕੋਲੋਂ, ਬ੍ਰਹਮ ਗਿਆਨੀਆਂ ਕੋਲੋਂ।
ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ। ਕੀ ਜੁਗਤੀ ਹੈਗੀ? ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ। ਕਹਿੰਦੇ ਧਰਤੀ ਹੈ, ਕਾਇਆ ਹੈਗੀ ਹੈ, ਸਰੀਰ ਹੈਗਾ, ਇਹਨੂੰ ਸਾਧਣਾ ਪੈਣਾ ਹੈ ਭਾਈ। ਸਾਧਨਾ ਕੀ ਹੈਗਾ? ਇਹਨੂੰ ਜਿਹੜਾ ਹੈਗਾ ਐਵੇਂ ਇਹਦੇ 'ਚ ਤਾਂ ਕੱਖ ਗੰਦ ਉੱਗਿਆ ਪਿਆ, ਇਹ ਤਾਂ ਕਲਰ ਹੋਈ ਪਈ ਆ ਕਿ ਇਹਦੇ ਕਦੀ ਤਾਂ ਤੂੰ ਜਿਹੜਾ ਹੈਗਾ ਇਹਦੇ ਵਿੱਚ ਕਦੀ ਵਾਹੀ ਨਹੀਂ, ਕਦੀ ਗੋਡੀ ਨਹੀਂ ਕੀਤੀ। ਇਹਨੂੰ ਸਾਧਣਾ ਪੈਣਾ ਹੈ ਭਾਈ। ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ। ਤਾਂ ਜਿਹੜਾ ਹੈਗਾ ਇਹ ਨਾਮ ਉਹਦੇ ਵਿੱਚ ਉੱਗੂਗਾ, ਨਾਮ ਬੀਜਿਆ ਜਾਣਾ ਹੈ। ਤਾਂ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ। ਸੱਚ ਨੂੰ ਤਾਂ ਪਤਾ ਲੱਗੂਗਾ ਜੇ ਸੱਚੀ ਸਿੱਖਿਆ ਲੈ ਲਾਂਗੇ। ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ। ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਔਰ ਜੀਆਂ ਦੇ ਉੱਤੇ ਤਰਸ, ਦਇਆ ਹੋਣੀ ਚਾਹੀਦੀ ਹੈ। ਔਰ ਪੁੰਨ ਦਾਨ ਕਰੇਗਾ ਤਾਂ ਕਿਛ ਪੁੰਨ ਦਾਨ ਕਰੇ। ਆਹ ਗੁਣ ਆਉਣੇ ਚਾਹੀਦੇ ਆ ਸਾਰਿਆਂ ਦੇ ਵਿੱਚ। ਜਿਹੜਾ ਹੈਗਾ ਮਾਲਕ ਪਰਮਾਤਮਾ ਨੂੰ ਦੇਖਣਾ ਹੈ, ਸਾਰੇ ਆਪਣੇ ਵਾਂਗੂ ਜਿਵੇਂ ਆਪਾਂ ਹੈਗੇ ਉਵੇਂ ਸਾਰਿਆਂ ਨੂੰ ਦੇਖੀਏ। ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਸੱਚ ਤਾਂ ਜਾਣਿਆ ਜਾਊਗਾ ਭਾਈ ਜੇ ਆਤਮਾ ਜਿਹੜੀ ਆਪਣੀ ਆਤਮਾ ਵੱਲ ਨੂੰ ਸੁਰਤ ਜਾਏਗੀ। ਆਤਮਾ ਵੱਲ ਨੂੰ ਸੁਰਤ ਤਾਂ ਜਾਏਗੀ ਜੇ ਅੰਦਰ ਬੈਠਾਂਗੇ, ਜੇ ਵਿਚਾਰ ਹਟਾਵਾਂਗੇ ਤਾਂ। ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਆ ਆਇਆ ਤੀਰਥ ਭਾਈ, ਕਹਿੰਦੇ ਆਤਮ ਤੀਰਥ ਤੇ ਨਿਵਾਸ ਕਰਨਾ ਹੈ ਭਾਈ। ਆ ਤਾਂ ਪਤਾ ਹੀ ਨਹੀਂ ਹੈ ਸਾਨੂੰ ਵੀ ਅੰਦਰ ਆਤਮਾ ਦਾ ਵੀ ਤੀਰਥ ਹੈਗਾ ਕੋਈ। ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਅਸੀਂ ਤਾਂ ਬਾਹਰਲੇ ਤੀਰਥ ਬਥੇਰੇ ਦੇਖੇ ਆ ਭਾਈ, ਆਤਮਾ ਵਾਲਾ ਤੀਰਥ ਤਾਂ ਪਹਿਲੀ ਵਾਰੀ ਸੁਣ ਰਹੇ ਹਾਂ ਮਹਾਰਾਜ ਕੋਲੋਂ। ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਲਓ ਦੇਖ ਲਓ ਭਾਈ, ਬੈਠਣਾ ਹੈ ਉੱਥੇ ਤੀਰਥ ਦੇ ਉੱਤੇ, ਸਤਿਗੁਰੂ ਨੂੰ ਪੁੱਛ ਕੇ ਬੈਠਣਾ ਹੈ, ਗਿਆਨ ਦੇ ਦੁਆਰਾ ਬੈਠਣਾ ਹੈ। ਕਿਵੇਂ ਧਿਆਨ ਸਿਮਰਨ ਕਰਨਾ ਹੈ, ਕਿਵੇਂ ਵਿਚਾਰ ਬੰਦ ਕਰਨੇ ਹੈ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਉੱਥੇ ਨਿਵਾਸ ਕਰਨਾ ਹੈ, ਬੈਠਣਾ ਹੈ ਉੱਥੇ। ਕਹਿੰਦੇ ਜੀ ਕਿੱਥੇ ਲਿਖਿਆ ਹੋਇਆ ਹੈ ਜਿਹੜਾ ਹੈਗਾ ਇਹ ਜਿਹੜਾ ਹੈਗਾ ਬੈਠ ਕੇ ਜਿਹੜਾ ਹੈਗਾ ਭਗਤੀ ਕਰਨੀ, ਕਿੱਥੇ ਲਿਖੀ ਹੋਈ ਹੈ? ਚੰਗੇ ਕਰਮ ਕਰੋ, ਸਾਰਿਆਂ ਨੂੰ ਜਿਹੜਾ ਹੈਗਾ ਸਾਰਿਆਂ ਦੀ ਜਿਹੜਾ ਹੈਗਾ ਸੇਵਾ ਕਰੋ ਮਨੁੱਖਤਾ ਦੀ, ਇਹੀ ਭਗਤੀ ਹੈਗੀ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ। ਬਸ ਕਹਿੰਦੇ ਸਾਰੀਆਂ ਬਿਮਾਰੀਆਂ ਦਾ ਇਲਾਜ ਆਹੀ ਹੈਗਾ ਸੱਚ, ਆਹੀ ਧਿਆਨ ਸਿਮਰਨ ਹੈਗਾ, ਇਹੀ ਹੈਗਾ ਭਾਈ ਸਾਰੀਆਂ ਬਿਮਾਰੀਆਂ ਦਾ ਦਾਰੂ। ਸੱਚ ਸਭਨਾ ਹੋਏ ਦਾਰੂ, ਸਾਰੀਆਂ ਬਿਮਾਰੀਆਂ ਦਾ ਦਾਰੂ ਬਣ ਜਾਏਗਾ ਭਾਈ। ਪਾਪ ਕੱਢੇ ਧੋਏ ਨੇ, ਪਾਪ ਧੋ ਕੇ ਕੱਢ ਦੇਣੇ ਸਾਰੇ ਦੇ ਸਾਰੇ, ਤਨ ਹੱਛਾ ਕਰ ਦੇਣਾ ਹੈ। ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਮਹਾਰਾਜ ਬੇਨਤੀ ਕਰ ਰਹੇ ਆ, ਕਹਿੰਦੇ ਭਾਈ ਮੈਨੂੰ ਉਹਨਾਂ ਦੀ ਸੰਗਤ ਦੇ ਮਾਲਕਾ ਜਿਨ੍ਹਾਂ ਦੇ ਪੱਲੇ ਦੇ ਵਿੱਚ ਇਹ ਸੱਚ ਹੈਗਾ। ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਵਾਹ ਵਾਹ, ਕਹਿੰਦੇ ਮੈਨੂੰ ਦਾਨ ਦੇ ਮਾਲਕਾ, ਮੈਨੂੰ ਦਾਨ ਆ ਚਾਹੀਦਾ ਹੈ। ਮੈਨੂੰ ਉਹਨਾਂ ਦੀ ਤਲੀ ਦੀ ਖਾਕ ਚਾਹੀਦੀ ਆ, ਉਹਨਾਂ ਬ੍ਰਹਮ ਗਿਆਨੀਆਂ ਦੀ ਤਲੀ ਦੀ ਖਾਕ ਚਾਹੀਦੀ ਆ, ਉਹਨਾਂ ਦੇ ਚਰਨਾਂ ਦੀ ਧੂੜ ਚਾਹੀਦੀ ਆ। ਮੈਂ ਮੱਥੇ 'ਤੇ ਲਾਊਂਗਾ, ਮੇਰੇ ਮੱਥੇ 'ਤੇ ਮੇਰੀ ਮੱਤ ਹੈਗੀ ਆ, ਉਹ ਹਟਾਊਂਗਾ, ਇਹਨੂੰ ਚਰਨਾਂ ਦੀ ਧੂੜ ਨੂੰ ਅੰਦਰ ਲਾਊਂਗਾ। ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਧਿਆਈਏ। ਕਹਿੰਦੇ ਕੂੜਾ ਲਾਲਚ ਛੱਡ ਦਈਏ ਭਾਈ, ਦੁਨੀਆ ਦੇ ਪਦਾਰਥਾਂ ਦਾ ਕੂੜ ਦਾ ਲਾਲਚ ਛੱਡ ਕੇ ਇੱਕ ਮਨ, ਉਹ ਉਸ ਅਲੱਖ ਜਿਹੜਾ ਨਹੀਂ ਲਿਖਿਆ ਜਾਂਦਾ ਮਾਲਕ ਪਰਮਾਤਮਾ, ਉਹਦਾ ਧਿਆਨ ਕਰੀਏ, ਵਿਚਾਰ ਬੰਦ ਕਰੀਏ ਹੋਏ ਇੱਕ ਮਨੇ ਅਲੱਖ ਧਿਆਈਏ। ਫਲ ਤਿਵੇਂ ਹੋ ਪਾਈਏ ਜਿਵੇਂ ਹੀ ਕਾਰ ਕਮਾਈਏ। ਕਹਿੰਦੇ ਮਿਲਣਾ ਤਾਂ ਉਹੀ ਕੁਛ ਹੈ ਪਿਆਰਿਆ, ਜੋ ਕਾਰ ਕਰੇਗਾ, ਜੋ ਕਰਮ ਕਰੇਗਾ, ਜੋ ਵੀ ਐਕਸ਼ਨ ਕਰੇਗਾ ਉਹਦਾ ਹੀ ਫਲ ਮਿਲੂਗਾ ਤੈਨੂੰ ਭਾਈ। ਬੀਜੇ ਬਿਖ ਮੰਗੇ ਅੰਮ੍ਰਿਤ ਦੇਖੋ ਇਹ ਨਿਆਓ। ਇਹੋ ਜਿਹੀ ਗੱਲ ਤਾਂ ਹੋਣੀ ਨਹੀਂ ਹੈ। ਲੋੜੇ ਦਾਖ ਬਜੂਰੀਆਂ ਕਿੱਕਰ ਬੀਜੇ ਜੱਟ। ਫਲ ਤਿਵੇਂ ਹੋ ਪਾਈਏ ਜਿਵੇਂ ਹੀ ਕਾਰ ਕਮਾਈਏ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ। ਜੇ ਹੈਗੀ ਕੁਛ ਲਿਖਤ ਪਾਈ
ਜੇ ਲਿਖਤ ਨਹੀਂ ਹੈ, ਜਿਹੜੀ ਵੀ ਲਿਖਤ ਕੀ ਚੀਜ਼ ਹੈਗੀ, ਲਿਖਤ ਹੈਗੀ ਜੋ ਅੱਜ ਕਰ ਰਹੇ ਕੱਲ ਨੂੰ ਇਹ ਲਿਖਤ ਹੋ ਜਾਏਗੀ। ਲਿਖਤ ਕੋਈ ਬਾਹਰੋਂ ਥੋੜੀ ਨਾ ਆਈ ਹੈ, ਲਿਖਤ ਤਾਂ ਆਪਾਂ ਹੀ ਲਿਖ ਰਹੇ ਹਾਂ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ, ਮਤ ਥੋੜੀ ਸੇਵ ਗਵਾਈਏ। ਕਹਿੰਦੇ ਥੋੜੀ ਸੇਵਾ ਹੈ ਉਹਨੂੰ ਗਵਾ ਦਈਏ, ਨਾ ਨਾ ਨਾ, ਮਤ ਥੋੜੀ। ਕਹਿੰਦੇ ਤੇਰੀ ਮਤ ਥੋੜੀ ਹੈਗੀ ਪਿਆਰਿਆ, ਤੇਰੀ ਮਤ ਥੋੜੀ ਹੈਗੀ ਆ। ਤੇਰੀ ਮਤ ਦੇ ਨਾਲ ਜਿਹੜਾ ਹੈਗਾ ਇਹ ਸੇਵ ਗਵਾ ਦੇਗਾ। ਸੇਵਾ ਦਾ ਚਾਂਸ ਮਿਲਿਆ ਆ ਤੈਨੂੰ, ਇਹ ਮੌਕਾ ਖੁੰਝ ਜਾਏਗਾ ਤੇਰੇ ਕੋਲੋਂ, ਇਹ ਜਿਹੜਾ ਹੈਗਾ ਜਹਾਜ਼ ਚਲੇ ਜਾਏਗਾ। ਮਤ ਥੋੜੀ ਮਤ ਦੇ ਨਾਲ ਪਿਆਰਿਆ ਲੈ, ਵੱਡੀ ਮਤ ਲੈ, ਗੁਰੂ ਦੀ ਮਤ ਲੈ। ਮਤ ਥੋੜੀ ਸੇਵ ਗਵਾਈਏ। ਸ਼ਲੋਕ ਮਹਲਾ ਪਹਿਲਾ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਕਹਿੰਦੇ ਭਾਈ ਸੱਚ ਦਾ ਤਾਂ ਕਾਲ ਪਿਆ ਹੋਇਆ, ਕਹਿੰਦੇ ਕੋਈ ਹੈ ਹੀ ਨਹੀਂ, ਲੈਣ ਵਾਲਾ ਹੀ ਗਾਹਕ ਹੀ ਹੈ ਨਹੀਂ ਗਾ। ਇਹ ਸੱਚ ਨੂੰ ਲੈਣ ਵਾਲਾ ਕੋਈ ਗਾਹਕ ਨਹੀਂ ਹੈ, ਇਹਦਾ ਕਾਲ ਪਿਆ ਹੋਇਆ। ਕੋਈ ਵੀ ਇੰਟਰਸਟਿਡ ਨਹੀਂ ਹੈਗਾ ਸੱਚ ਲੈਣ ਦੇ ਵਿੱਚ। ਸੱਚ ਕਾਲ ਕੂੜ ਵਰਤਿਆ, ਕਹਿੰਦੇ ਇੰਨਾ ਝੂਠ ਵਰਤਿਆ ਹੋਇਆ, ਇੰਨਾ ਝੂਠ ਵਰਤਿਆ, ਸਾਰੇ ਝੂਠ ਦੇ ਗਾਹਕ ਹੈਗੇ ਆ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਕਲਯੁਗ ਦੇ ਵਿੱਚ ਕਹਿੰਦੇ ਆ ਕਾਲਖ ਇੰਨੇ ਬੇਤਾਲੇ ਹੋਏ ਪਏ ਆ ਭਾਈ, ਇੰਨੇ ਬੇਤਾਲੇ ਹੋਏ ਪਏ ਆ, ਤਾਲ ਤੋਂ ਖੁੰਝੇ ਹੋਏ ਆ। ਬੇਤਾਲੇ ਜਿਹੜੇ ਹੈਗੇ, ਜਾਂ ਜਿਹੜਾ ਹੈਗੇ ਉਹ ਬੇਤਾਲ ਕਹਿੰਦੇ ਭੂਤ ਪ੍ਰੇਤ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਬਿਲਕੁਲ ਜਿਹੜਾ ਹੈਗਾ ਇਹ ਵੀ ਪਹਿਲੀ ਪਾਤਸ਼ਾਹੀ ਦਾ ਹੀ ਹੈਗਾ, ਪਹਿਲੀ ਪਾਤਸ਼ਾਹੀ ਹੀ ਕਹਿ ਰਹੀ ਹੈ। ਕਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਤਜੁਗ ਪਰਮ ਹੰਸ ਵਿਚਾਰੀ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਬੀਓ ਬੀਜ ਪੱਤ ਲੈ ਗਏ, ਅਬ ਕਿਉਂ ਉਗਵੇ ਦਾਲ। ਕਹਿੰਦੇ ਜਿਨ੍ਹਾਂ ਨੇ ਜਿਹੜੇ ਟਾਵੇਂ ਜਿਹੜੇ ਸੀਗੇ ਉਹਨਾਂ ਨੇ ਗੁਰੂ ਦੀ ਮੱਤ ਲੈ ਲਈ, ਗਿਆਨ ਲੈ ਲਿਆ, ਲੈ ਕੇ ਗਿਆਨ ਜਿਹੜਾ ਹੈਗਾ ਬੀਜ ਲਿਆ, ਨਾਮ ਵਾਲਾ ਬੀਜ ਲਿਆ। ਨਾਮ ਵਾਲੀ ਖੇਤੀ ਉਹਨਾਂ ਦੀ ਫਲੀਭੂਤ ਹੋ ਗਈ, ਔਰ ਲੋਕ ਪਰਲੋਕ ਦੇ ਵਿੱਚ ਇੱਜ਼ਤ ਲੈ ਕੇ ਚਲੇ ਗਏ ਉਹ ਆਪਣੀ ਕਾਰ ਕਰਕੇ। ਬਾਕੀ ਹੁਣ ਜਿਹੜੇ ਹੈਗੇ ਅਬ ਕਿਉਂ ਉਗਵੇ ਦਾਲ, ਬਾਕੀ ਜਿਹੜੇ ਹੈਗੇ ਦਾਲ ਹੈਗੀ, ਹੁਣ ਦਾਲ ਨੂੰ ਬੀਜ ਰਹੇ ਆ। ਦਾਲ ਜਿਹੜੀ ਹੈਗੀ ਦੋ ਫਾੜ ਹੋਏ ਪਏ ਆ, ਇੱਕ ਇੱਧਰ ਨੂੰ ਵੀ ਆ, ਉੱਧਰ ਨੂੰ ਵੀ ਹੈਗੇ ਆ। ਅੰਦਰੋਂ ਜਿਹੜੇ ਹੈਗੇ ਮਾਇਆ ਵੱਲ ਨੂੰ ਪੂਰੀ ਖਿੱਚ ਜਿਹੜੀ ਹੈਗੀ ਮਾਇਆ ਵੱਲ ਨੂੰ ਹੈ, ਉਹ ਡੁਐਲਿਟੀ ਹੈਗੀ, ਸੰਸਾਰ ਵੱਲ ਨੂੰ ਹੈਗੀ। ਪਰਮਾਤਮਾ ਵੱਲ ਜਿਹੜਾ ਹੈਗਾ ਹੈ ਨਹੀਂ ਕਿ ਜ਼ਿਆਦਾ ਖਿੱਚ। ਦੋ ਫਾੜ ਹੈਗੇ ਆ, ਕਿਵੇਂ ਉੱਗ ਜਾਊਗੀ ਭਾਈ। ਦਾਲ ਜਿਹੜੀ ਲੈ ਲਓ, ਉਹਦੇ ਦੋ ਟੋਟੇ ਕਰ ਲਓ ਅਤੇ ਉਹਨੂੰ ਬੀਜੀ ਜਾਓ, ਜਿੰਨਾ ਮਰਜ਼ੀ ਰੱਖੋ ਧਰਤੀ ਦੇ ਵਿੱਚ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਬੀਓ ਬੀਜ ਪੱਤ ਲੈ ਗਏ, ਅਬ ਕਿਉਂ ਉਗਵੇ ਦਾਲ। ਜੇ ਇੱਕ ਹੋਏ ਤਾਂ ਉਗਵੇ, ਰੁੱਤੀ ਹੂੰ ਰੁੱਤ ਹੋਏ। ਓਹੋ, ਕਹਿੰਦੇ ਇੱਕ ਹੋਏ ਨਾ, ਜੇ ਇੱਕ ਹੋਏ ਬਸ, ਇੱਕ ਇੱਛਾ ਹੋ ਜਾਏ ਇਨਸਾਨ ਦੀ ਬਸ। ਜੇ ਕਹਿੰਦੇ ਇੱਧਰ ਚੱਲਣਾ ਹੈ ਕਿ ਉੱਧਰ ਚੱਲਣਾ ਹੈ, ਬਸ ਇੱਕ ਕੰਮ ਕਰ, ਨਹੀਂ ਤਾਂ ਉੱਧਰ ਵੀ ਚਲੇ ਜਾਊਗਾ ਤੇਰਾ, ਇੱਧਰ ਵੀ। ਦੋਨੋਂ ਪਾਸੇ ਜਿਹੜਾ ਹੈਗਾ ਨਾ ਮਾਇਆ ਮਿਲੀ ਨਾ ਰਾਮ, ਦੋਨੋਂ ਪਾਸੇ ਚਲੇ ਜਾਣਗੇ ਤੇਰੇ। ਜੇ ਇੱਕ ਹੋਏ ਤਾਂ ਉਗਵੇ, ਇੱਕ ਹੋਊਗੀ ਤਾਂ ਉਗੂਗੀ ਪਾਏ। ਰੁੱਤੀ ਹੂੰ ਰੁੱਤ ਹੋਏ, ਔਰ ਦੂਸਰੀ ਕੰਡੀਸ਼ਨ ਹੈਗੀ ਪਾਏ, ਦਾਣਾ ਉਹ ਉਗੂਗਾ ਜੇ ਉਹ ਰੁੱਤ ਦੇ ਵਿੱਚ ਬੀਜਿਆ ਜਾਊਗਾ। ਅਤੇ ਰੁੱਤ ਤਾਂ ਜਿਹੜੀ ਮਨੁੱਖੀ ਜੂਨ ਆ, ਇਹ ਰੁੱਤ ਹੈਗੀ ਆ, ਠੀਕ ਹੈ ਭਾਈ, ਮਨੁੱਖੀ ਜੂਨ ਰੁੱਤ ਹੈਗੀ ਆ, ਬਿਲਕੁਲ ਸਹੀ ਗੱਲ ਆ। ਪਰ ਜਿਹੜਾ ਹੈਗਾ ਹਰ ਦਿਨ ਜਿਹੜਾ ਹੈਗਾ ਰੁੱਤ ਹੁੰਦੀ ਆ, ਹਰ ਦਿਨ ਰੁੱਤ ਹੁੰਦੀ ਆ। ਸਵੇਰੇ ਅੰਮ੍ਰਿਤ ਵੇਲਾ ਜਿਹੜਾ ਹੈਗਾ ਬਹੁਤ ਵਧੀਆ ਰੁੱਤ ਹੈ। ਹੁਣ ਦੁਪਹਿਰੇ 12 ਵਜੇ 1 ਵਜੇ 2 ਵਜੇ ਜਿਹੜਾ ਹੈਗਾ ਲੋਕੀ ਦੁਨੀਆ ਜਿਹੜੀ ਹੈਗੀ ਜਾਗੀ ਹੋਈ ਦੁਨੀਆ ਦੇ 100 ਜਿਹੜੇ ਹੈ ਇੱਧਰ ਉੱਧਰ ਦੀਆਂ ਜਿਹੜੀਆਂ ਹੈਗੀਆਂ ਖਿੱਚਾਂ ਪਈਆਂ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ। ਉੱਥੇ ਕਹੋ ਮੈਂ ਤਾਂ ਜੀ ਹੁਣ ਧਿਆਨ ਸਿਮਰਨ ਕਰਨਾ, ਮੈਂ ਤਾਂ ਜੀ ਹੁਣ ਆਪਣੇ ਵਿਚਾਰ ਬੰਦ ਕਰਨੇ। ਭਾਈ ਰੁੱਤ ਦੇਖੋ, ਰੁੱਤ ਜੇ ਇੱਕ ਹੋਏ ਤਾਂ ਉਗਵੇ, ਰੁੱਤੀ ਹੂੰ ਰੁੱਤ ਹੋਏ। ਨਾਨਕ ਪਾਹੇ ਬਾਹਰਾ, ਕੋਰੇ ਰੰਗ ਨਾ ਸੋਏ। ਕਹਿੰਦੇ ਦੇਖ ਲਾ ਪਿਆਰਿਆ, ਇੱਕ ਹੋਰ ਚੀਜ਼ ਹੈਗੀ ਆ। ਜੇ ਤੂੰ ਹੁਣ ਜਿਹੜਾ ਹੈਗਾ ਆਪਣੇ ਮਨ ਨੂੰ ਰੰਗਣਾ ਚਾਹੁੰਦਾ ਹੈਗਾ ਆ, ਇਹ ਬੀਜ ਬੀਜਣਾ ਚਾਹੁੰਦਾ ਹੈ ਨਾਮ ਵਾਲਾ, ਅਤੇ ਪਿਆਰਿਆ ਦੇਖ ਕੋਰੇ ਕੱਪੜੇ ਦੇ ਉੱਤੇ ਜਿਹੜਾ ਹੈਗਾ ਰੰਗ ਨਹੀਂ ਚੜ੍ਹਦਾ।
ਕੋਰੇ ਕੱਪੜੇ 'ਤੇ ਰੰਗ ਨਹੀਂ ਚੜ੍ਹਦਾ, ਜਾਂ ਪਹਿਲਾਂ ਜਿਹੜੇ ਹੈਗੇ ਰੰਗ ਚੜ੍ਹੇ ਹੋਏ ਆ ਉਹਦੇ ਉੱਤੇ ਵੀ ਰੰਗ ਨਹੀਂ ਚੜ੍ਹੂਗਾ, ਉਹਨੂੰ ਪਾ ਦੇਣੀ ਪਊਗੀ। ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ, ਕੋਰੇ ਦੇ ਉੱਤੇ ਰੰਗ ਨਹੀਂ ਚੜ੍ਹੇਗਾ। ਹੁਣ ਜਿਹੜਾ ਹੈਗਾ ਫਿਰ ਪਾ ਕਿਵੇਂ ਦਈਏ ਮਹਾਰਾਜ ਜੀ? ਪਾ ਜਿਹੜਾ ਜਿਨ੍ਹਾਂ ਨੇ ਜਿਹੜਾ ਹੈਗਾ ਰੰਗਰੇਜ਼ ਦੇਖੇ ਕੱਪੜੇ, ਉਹ ਪਹਿਲਾਂ ਜਿਹੜੇ ਹੈਗੇ ਉਹਨੂੰ ਉਬਾਲਦੇ ਆ, ਉਹਦੀ ਮਾਇਆ ਜਿਹੜੀ ਪਾ ਲਾਉਂਦੇ ਆ, ਉਹਦੇ ਵਿੱਚ ਜਿਹੜਾ ਮਸਾਲਾ ਪਾ ਕੇ, ਅਤੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਰੰਗ ਦੇ ਵਿੱਚ ਰੰਗਦੇ ਆ। ਕਹਿੰਦੇ ਭੈ ਵਿੱਚ ਖੁੰਬੇ ਚੜਾਈਏ, ਕਹਿੰਦੇ ਉਹਨੂੰ ਅੱਗ ਦੇ ਉੱਤੇ ਜਿਹੜਾ ਹੈਗਾ ਭੈ ਦੇ ਵਿੱਚ ਪਰਮਾਤਮਾ ਦਾ ਭੈ ਹੈਗਾ, ਇਹ ਪਾ ਹੈਗੀ ਭਾਈ। ਸਭ ਤੋਂ ਪਹਿਲਾਂ ਭੈ ਹੋਣਾ ਚਾਹੀਦਾ ਤੈਨੂੰ, ਮਾਲਕ ਦਾ ਭੈ ਹੋਏ, ਇਹ ਸ਼ਬਦ ਦਾ ਭੈ ਹੋਏ। ਭੈ ਵਿੱਚ ਖੁੰਬੇ ਚੜਾਈਏ ਸ਼ਰਮ ਪਾਹੋ ਤਨ ਹੋਏ। ਫਿਰ ਕਹਿੰਦੇ ਆ ਸੈਕੰਡ ਚੀਜ਼ ਹੈਗੀ ਆ ਤੇਰੀ ਮਿਹਨਤ ਹੋਣੀ ਚਾਹੀਦੀ ਆ ਭਾਈ, ਉਦਮ ਹੋਣਾ ਚਾਹੀਦਾ ਹੈ। ਬਗੈਰ ਉਦਮ ਦੇ ਨਹੀਂ ਗੱਲ ਬਣਨੀ, ਬਗੈਰ ਸ਼ਰਮ ਦੇ ਗੱਲ ਨਹੀਂ ਬਣਨੀ। ਭੈ ਵਿੱਚ ਖੁੰਬੇ ਚੜਾਈਏ ਸ਼ਰਮ ਪਾਹੋ ਤਨ ਹੋਏ, ਆਹ ਚੀਜ਼ ਚਾਹੀਦੀ ਹੈ ਤੇਰੀ। ਜਿਹੜਾ ਹੈਗਾ ਤੈਨੂੰ ਉਪਰਾਲਾ ਕਰਨਾ ਪਊਗਾ, ਉਦਮ ਕਰਨਾ ਪਊਗਾ, ਸ਼ਰਮ ਕਰਨੀ ਪਊਗੀ। ਫਿਰ ਇਸ ਤੋਂ ਬਾਅਦ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ। ਬਸ ਕਹਿੰਦੇ ਫਿਰ ਜਿਹੜਾ ਹੈਗਾ ਭਗਤੀ ਦੇ ਵਿੱਚ ਰਪਣਾ ਕੀ ਹੈਗਾ? ਇਹ ਰਪਣਾ ਰੰਗ ਦੇਣਾ ਹੈ, ਰਪਣਾ ਰੰਗ ਦੇਣ ਨੂੰ ਕਹਿੰਦੇ ਆ ਇਹ ਜਿਹੜੇ ਲਲਾਰੀ ਹੁੰਦੇ ਆ। ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ। ਫਿਰ ਜਿਹੜੀ ਹੈ ਕੂੜ ਦੀ ਜਿਹੜੀ ਹੈਗੀ, ਕੋਈ ਕੂੜ ਦੀ ਸੋਏ ਜਿਹੜੀ ਹੈਗੀ, ਕੂੜ ਦੀ ਸੋਏ ਨਹੀਂ ਹੁੰਦੀ। ਫਿਰ ਉੱਥੇ ਕੂੜ ਨਹੀਂ ਹੁੰਦਾ ਪਾਏ, ਉੱਥੇ ਸੱਚ ਦਾ ਰੰਗ ਚੜ੍ਹ ਜਾਂਦਾ ਹੈ, ਉਹ ਬੀਜ ਉੱਗ ਜਾਂਦਾ ਹੈ। ਫਿਰ ਜਿਹੜਾ ਹੈਗਾ ਬੀਜ ਬੀਜੇਗਾ, ਉੱਗ ਜਾਏਗਾ। ਮਹੱਲਾ ਪਹਿਲਾ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ। ਹੁਣ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ, ਪਹਿਲੀ ਪਾਤਸ਼ਾਹੀ ਜਿਹੜੀ ਹੈਗੀ ਚਿਤਰਨ ਕਰ ਰਹੇ ਆ। ਕਹਿੰਦੇ ਦੁਨੀਆ ਦੇ ਵਿੱਚ ਜਿਹੜਾ ਹੈਗਾ ਇੱਕ ਤਾਂ ਲੱਭ ਹੈਗਾ। ਲੱਭ ਕਿਹਨੂੰ ਕਹਿੰਦੇ? ਇੱਕ ਲੋਭ ਹੁੰਦਾ, ਇੱਕ ਲੱਭ ਹੁੰਦਾ। ਲੱਭ ਦਾ ਮਤਲਬ ਆ ਇਹ ਜਿਹੜਾ ਹੈਗਾ ਸਵਾਦ, ਖਾਣ ਦਾ ਸਵਾਦ। ਲੱਭ ਤੇ ਪਾਪ, ਤੇ ਇਨਸਾਨ ਪਾਪ ਕਰਦਾ ਹੈ। ਹੁੱਕ ਐਂਡ ਕਰੁੱਕ ਜਿਹੜਾ ਹੈਗਾ ਉਹਨੇ ਆਪਣੀ ਜਿਹੜੀ ਹੈਗੀ ਜੋ ਉਹਦੇ ਅੰਦਰ ਹੈਗੀਆਂ, ਉਹਨੇ ਉਹ ਲੈਣੀ ਚੀਜ਼, ਜੋ ਮਨ ਨੇ ਕਿਹਾ ਹੈ ਉਹਨੇ ਲੈਣਾ ਹੀ ਲੈਣਾ। ਤੇ ਲੱਭ ਤੇ ਪਾਪ ਦੋਏ ਰਾਜਾ ਮਹਿਤਾ, ਇੱਕ ਰਾਜਾ ਹੈਗਾ, ਇੱਕ ਉਹਦਾ ਵਜ਼ੀਰ ਹੈਗਾ ਆ। ਖਾਣ ਦਾ ਲਾਲਚ ਤੇ ਪਾਪ ਵਜ਼ੀਰ, ਖਾਣ ਦਾ ਲਾਲਚ ਰਾਜਾ। ਕੂੜ ਹੋਆ ਸਿਕਦਾਰ, ਔਰ ਇਹਦੇ ਵਿੱਚ ਝੂਠ ਜਿਹੜੇ ਹੈਗੇ ਪਦਾਰਥ, ਦੁਨੀਆ ਦੇ ਜਿਹੜੇ ਹੈਗੇ ਪਦਾਰਥ ਹੈਗੇ, ਕਹਿੰਦੇ ਇਹ ਜਿਹੜਾ ਹੈਗਾ ਉਹਨਾਂ ਦਾ ਸਰਦਾਰ ਹੈਗਾ। ਇਸ ਦਾ ਸਰਦਾਰ ਵੀ ਜਿਹੜਾ ਹੈਗਾ ਉਹਨਾਂ ਦੇ ਨਾਲ ਜਿਹੜਾ ਹੈਗਾ ਇਹ ਇਨਸਾਨ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਦਿਨਚਰਿਆ ਦੱਸ ਰਹੇ ਆ ਮਹਾਰਾਜ। ਆਪਣੇ ਉੱਤੇ ਲਾਈਏ ਇਸ ਗੱਲ ਨੂੰ ਕਿ ਆਪਾਂ ਕੀ ਕਰਦੇ ਹਾਂ। ਆਪਣੀ ਜੀਓ ਜਿਹੜਾ ਹੈਗਾ, ਆਪਣਾ ਮਨ ਜਿਹੜਾ ਹੈਗਾ ਕੀ ਕਰਦਾ ਹੈ, ਕਿੰਨਾਂ ਨੂੰ ਕੰਸਲਟ ਕਰਦਾ ਹੈ। ਦੇਖ ਲਓ ਭਾਈ ਵੀ ਆਹ ਬਣਾਓ, ਸਵੇਰ ਤੋਂ ਹੀ ਸ਼ੁਰੂ ਹੋ ਜਾਂਦੇ ਆ, ਆਹ ਬਣਾਓ, ਅੱਜ ਆਹ ਚੀਜ਼ ਚਾਹੀਦੀ ਹੈ, ਅੱਜ ਆਓ ਆਹ ਖਾਣਾ ਹੈ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ। ਸਰਦਾਰ ਕੀ ਹੈ? ਝੂਠ। ਕਾਮ ਨੇਬ ਸਦ ਪੁੱਛੀਏ, ਬਹਿ ਕਰੇ ਵਿਚਾਰ। ਔਰ ਇੱਕ ਹੋਰ ਛੋਟਾ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਸਰਦਾਰ ਹੈਗਾ, ਨਾਇਬ ਸਰਦਾਰ, ਨਾਇਬ, ਇਹ ਕਾਮ ਹੈਗਾ। ਇਹਨੂੰ ਬਾਰ ਕਾਮ ਨੂੰ ਪੁੱਛਦੇ ਆ ਭਾਈ, ਇਹਨੂੰ ਕੰਸਲਟ ਕਰਦੇ ਆ ਭਾਈ, ਕਿੱਥੇ ਆਊਟਲੈਟਸ ਹੈਗੇ ਆ, ਕੀ ਜਿਹੜਾ ਹੈਗਾ ਅੱਜ ਕਾਮਨਾਵਾਂ ਕਿਹੜੀਆਂ ਜਿਹੜੀਆਂ ਕਿਸ ਤਰੀਕੇ ਦੇ ਨਾਲ ਕਾਮ ਦੀ ਪੂਰਤੀ ਹੋ ਸਕਦੀ ਹੈ। ਕਾਮ ਨੇਬ ਸਦ ਪੁੱਛੀਏ, ਹਮੇਸ਼ਾ ਪੁੱਛਿਆ ਜਾਂਦਾ ਹੈ। ਬਹਿ ਕਰੇ ਵਿਚਾਰ, ਆਹ ਚਾਰਾਂ ਦੇ ਨਾਲ ਮਨ ਜਿਹੜਾ ਹੈਗਾ ਵਿਚਾਰ ਕਰਦਾ ਹੈ, ਬੈਠ ਕੇ ਚੰਗੀ ਤਰ੍ਹਾਂ ਕੰਸਲਟ ਕਰਦਾ ਹੈ। ਆਹ ਹੈਗੇ ਮਨ ਦੇ ਜਿਹੜੇ ਹੈਗੇ, ਮਨ ਨੂੰ ਜਿਹੜੇ ਹੈਗੇ ਘੇਰ ਕੇ ਰੱਖਿਆ ਹੋਇਆ ਇਹਨਾਂ ਨੇ। ਇੱਕ ਵਾਰੀ ਫਿਰ ਲਈਏ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ। ਕਾਮ ਨੇਬ ਸਦ ਪੁੱਛੀਏ, ਬਹਿ ਕਰੇ ਵਿਚਾਰ। ਅੰਧੀ ਰਈਅਤ ਗਿਆਨ ਵਿਹੂਣੀ, ਭਾਏ ਭਰੇ ਮੁਰਦਾਰ। ਬਸ ਕਹਿੰਦੇ ਰਈਅਤ ਜਿਹੜੇ ਆ, ਜੀਵ ਜਿਹੜੇ, ਇਨਸਾਨ ਜਿਹੜੇ ਹੈਗੇ ਆ, ਕੀ ਕਰ ਰਹੇ ਆ? ਕਹਿੰਦੇ ਹਨੇਰੇ ਦੇ ਵਿੱਚ, ਆਸ ਹਨੇਰੇ ਦੇ ਵਿੱਚ ਹੈਗੇ। ਗਿਆਨ ਹੈ ਨਹੀਂ ਗਾ, ਗੁਰੂ ਦਾ ਗਿਆਨ ਨਹੀਂ ਹੈ। ਆਪਾਂ ਨੂੰ ਦੇਖੋ ਆ ਪਹਿਲੀ ਪਾਤਸ਼ਾਹੀ ਗਿਆਨ ਦੇ ਰਹੀ ਹੈ। ਅੰਧੀ ਰਈਅਤ ਗਿਆਨ ਵਿਹੂਣੀ, ਭਾਏ ਭਰੇ ਮੁਰਦਾਰ।
ਕੀ ਕਰ ਰਹੇ? ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜਿਹੜੇ ਹੈਗੇ ਮੁਰਦਾਰ ਕਹਿੰਦੇ ਆ, ਦੂਸਰੇ ਦਾ ਹੱਕ ਜਿਹੜਾ ਹੈਗਾ ਖਾ ਰਹੇ ਆ। ਪਾਏ ਭਰੇ ਮੁਰਦਾਰ। ਗਿਆਨੀ ਨੱਚੇ ਵਾਜੇ ਵਾਵੇਂ ਰੂਪ ਕਰੇ ਸਿੰਗਾਰ। ਔਰ ਗਿਆਨੀ ਕੀ ਕਰ ਰਹੇ? ਜਿਨ੍ਹਾਂ ਨੇ ਗਿਆਨ ਦੇਣਾ ਹੈ, ਜਿਨ੍ਹਾਂ ਨੇ ਗਿਆਨ ਦੇਣਾ, ਜਿਨ੍ਹਾਂ ਦੇ ਕੋਲੋਂ ਪਬਲਿਕ ਜਿਹੜੀ ਹੈਗੀ, ਜਿਨ੍ਹਾਂ ਦੇ ਕੋਲੋਂ ਸੰਗਤ ਜਿਹੜੀ ਹੈਗੀ, ਉਹਨਾਂ ਨੇ ਲਾਭ ਲੈਣਾ ਹੈ, ਜਿਨ੍ਹਾਂ ਦੇ ਕੋਲੋਂ ਧਾਰਮਿਕ ਰਸਤੇ ਦੇ ਬਾਰੇ ਜਾਣਕਾਰੀ ਲੈਣੀ ਹੈ ਉਹਨਾਂ ਦੇ ਕੋਲੋਂ ਸੰਗਤ ਨੇ। ਉਹ ਕੀ ਕਰ ਰਹੇ ਗਿਆਨੀ ਲੋਕ? ਕਹਿੰਦੇ ਨੱਚ ਰਹੇ ਬਈ, ਬੜਾ ਜਿਹੜਾ ਹੈਗਾ ਬੜੇ ਹਰ ਤਰੀਕੇ ਦੇ ਨਾਲ ਜਿਹੜਾ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੰਗਤ ਨੂੰ। ਗਿਆਨੀ ਨੱਚੇ ਵਾਜੇ ਵਾਵੇਂ, ਕਹਿੰਦੇ ਬੜੇ ਵਾਜੇ ਵਜਾ ਰਹੇ, ਹੋਰ ਸਾਰਾ ਚਾਰ ਆਪਣੀ ਪੂਰੀ ਦੀ ਪੂਰੀ ਜਿਹੜਾ ਹੈ ਜ਼ੋਰ ਲਗਾ ਰਹੇ ਆ। ਹੋਰ ਕੀ ਕਰਦੇ ਆ? ਰੂਪ ਕਰੇ ਸਿੰਗਾਰ। ਹੋਰ ਕਹਿੰਦੇ ਬਹੁਤ ਬਿਲਕੁਲ ਟਿਚਨ ਹੋ ਕੇ ਰਹਿੰਦੇ ਆ, ਪੂਰਾ ਦਾ ਪੂਰਾ ਜਿਹੜਾ ਹੈਗਾ। ਦੇਖ ਲਓ ਗਿਆਨੀ ਜਿਹੜੇ ਕਥਾਵਾਚਕ ਹੋਏ, ਕੀਰਤਨੀ ਹੋਏ, ਜਿਹੜੇ ਵੀ ਜਿਸ ਤਰ੍ਹਾਂ ਦੇ, ਆਪਾਂ ਆਪਣੇ ਧਰਮ ਦੇ, ਬਾਕੀ ਧਰਮਾਂ ਦੇ ਪੰਡਤ ਦੇਖ ਲਓ, ਮੌਲਵੀ ਦੇਖ ਲਓ, ਸਾਰੇ ਦੇ ਸਾਰੇ, ਇਹਨਾਂ ਦੇ ਦੇਖ ਲਓ ਜਿਹੜੇ ਹੈਗੇ ਕ੍ਰਿਸਚਨਾਂ ਦੇ ਦੇਖ ਲਓ, ਜਿਹੜੇ ਹੈਗੇ ਚਰਚ ਦੇ ਵਿੱਚ ਜਿਹੜੇ ਫਾਦਰ। ਗਿਆਨੀ ਨੱਚੇ ਵਾਜੇ ਵਾਵੇਂ ਰੂਪ ਕਰੇ ਸਿੰਗਾਰ। ਬਿਲਕੁਲ ਸਿੰਗਾਰਿਤ ਪੂਰੀ ਤਰ੍ਹਾਂ ਜਿਹੜੇ ਹੈਗੇ, ਇੱਕਦਮ ਲੱਗਦੇ ਜਿਸ ਤਰ੍ਹਾਂ ਇਹ ਤਾਂ ਜਿਹੜੇ ਬਈ ਇਹ ਤਾਂ ਮਨੁੱਖ ਹੈ ਹੀ ਨਹੀਂ ਹੈਗੇ, ਇਹ ਤਾਂ ਬਿਲਕੁਲ ਜਿਹੜੇ ਹੈਗੇ ਦੇਵਤੇ ਹੋਏ ਪਏ ਆ, ਆਕਾਸ਼ ਤੋਂ ਆਏ ਆ। ਗਿਆਨੀ ਨੱਚੇ ਵਾਜੇ ਵਾਵੇਂ ਰੂਪ ਕਰੇ ਸਿੰਗਾਰ। ਉੱਚੇ ਕੂਕੇ ਵਾਦਾ ਗਾਵੇਂ ਜੋਧਾਂ ਕਾ ਵਿਚਾਰ। ਕਹਿੰਦੇ ਕਰਦੇ ਕੀ ਆ? ਬਹੁਤ ਉੱਚੀ ਬੋਲਦੇ, ਕੂਕਦੇ ਆ। ਕਹਿੰਦੇ ਵਾਦਾਂ ਗਾਵੇਂ। ਵਾਦ ਕਹਿੰਦੇ ਆ ਜੋ ਜਿਹੜੀਆਂ ਸਾਖੀਆਂ ਜਿਹੜੀਆਂ ਹੈਗੀਆਂ, ਉਹ ਸਾਖੀਆਂ ਨੂੰ ਗਾਉਂਦੇ ਹੈਗੇ। ਜੋਧਾਂ ਕਾ ਵਿਚਾਰ, ਜੋਧਿਆਂ ਦੀ, ਸੂਰਮਿਆਂ ਦੀਆਂ ਸਾਖੀਆਂ ਜਿਹੜੀਆਂ ਉਹਨਾਂ ਨੂੰ ਵਿਚਾਰ ਕਰਦੇ ਆ। ਹੋਰ ਕੀ ਕਰਦੇ ਆ? ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੇ ਪਿਆਰ। ਹੁਣ ਇੱਥੇ ਪੰਡਤ ਲਿਖਤਾ, ਇਹਨਾਂ ਨੇ ਕਹਿਣਾ ਜੀ ਇਹ ਤਾਂ ਪੰਡਤਾਂ ਵਾਸਤੇ ਲਿਖਿਆ ਹੈ। ਨਾ ਬਈ ਨਾ, ਸਾਰਿਆਂ ਦੇ ਵਾਸਤੇ ਲਿਖਿਆ, ਗਿਆਨੀਆਂ ਦੇ ਵਾਸਤੇ, ਕ੍ਰਿਸਚਨਾਂ ਵਾਸਤੇ, ਮੌਲਵੀਆਂ ਵਾਸਤੇ, ਸਿੱਖਾਂ ਦੇ ਵਾਸਤੇ, ਸਾਰਿਆਂ ਦੇ ਵਾਸਤੇ ਲਿਖਿਆ ਹੋਇਆ। ਮੂਰਖ ਪੰਡਤ ਹਿਕਮਤ ਹੁਜਤ। ਕਹਿੰਦੇ ਪੰਡਤ ਹੈਗੇ, ਹੈ ਮੂਰਖ, ਹੈ ਗਿਆਨੀ, ਤੇ ਅੰਦਰ ਕੀ ਹੈਗਾ? ਹਿਕਮਤ ਤੇ ਹੁਜਤ। ਕਹਿੰਦੇ ਬਸ ਆਪਣੀ ਜਿਹੜੀ ਹੈਗੀ, ਆਪਣੀ ਚਲਾਕੀਆਂ ਤੇ ਜਿਹੜੀਆਂ ਹੈਗੀਆਂ ਉਹਨਾਂ ਨੇ ਲੌਜਿਕ ਦੇਣੀ ਹੈ, ਆਪਣੀ ਚਲਾਕੀ ਤੇ ਲੌਜਿਕ। ਮੂਰਖ ਪੰਡਤ ਹਿਕਮਤ ਹੁਜਤ ਸੰਜੈ ਕਰੇ ਪਿਆਰ। ਕੀ ਕਰਦੇ ਆ? ਉਹਨਾਂ ਦਾ ਮੋਟੋ ਕੀ ਹੈ? ਇੰਟਰਸਟ ਕੀ ਹੈ? ਬੈਂਟ ਆਫ ਮਾਈਂਡ ਕੀ ਹੈਗਾ? ਕਹਿੰਦੇ ਉਹ ਹੈਗਾ ਮਾਇਆ ਇਕੱਠੀ ਕਰਨੀ, ਮਾਇਆ ਸੰਜ ਕਰਨੀ। ਅਸਲੀ ਪਿਆਰ ਉਹਨਾਂ ਦਾ ਮਾਇਆ ਦੇ ਨਾਲ ਹੈਗਾ। ਗਿਆਨੀ ਨੱਚੇ ਵਾਜੇ ਵਾਵੇਂ ਰੂਪ ਕਰੇ ਸਿੰਗਾਰ। ਉੱਚੇ ਕੂਕੇ ਵਾਦਾ ਗਾਵੇਂ ਜੋਧਾਂ ਕਾ ਵਿਚਾਰ। ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੇ ਪਿਆਰ। ਧਰਮੀ ਧਰਮ ਕਰੇ ਗਵਾਵੇਂ ਮੰਗੇ ਮੋਖ ਦੁਆਰ। ਔਰ ਧਰਮੀ ਜਿਹੜੇ ਹੈਗੇ, ਧਰਮ ਦੇ ਵਾਸਤੇ ਐਸੇ ਗਿਆਨੀਆਂ ਕੋਲੋਂ ਗਿਆਨ ਲੈ ਕੇ, ਔਰ ਧਰਮ ਜਿਹੜਾ ਹੈਗਾ ਧਰਮ ਕਰਦੇ, ਜਿਹੜੇ ਧਰਮ ਕਰਨ ਦੀ ਕੋਸ਼ਿਸ਼ ਕਰਦੇ ਆ ਧਰਮੀ। ਤੇ ਧਰਮ ਜਿਹੜਾ ਹੈਗਾ ਪਤਾ ਹੀ ਨਹੀਂ ਹੈ ਧਰਮ ਕਹਿੰਦੇ ਕਿਹਨੂੰ ਹੈ। ਧਰਮ ਹੈ ਕਿ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪੇ ਨਿਰਮਲ ਕਰਮ। ਕਹਿੰਦੇ ਪਰਮੇਸ਼ਰ ਦਾ ਨਾਮ ਜਪ ਔਰ ਨਿਰਮਲ ਕਰਮ ਕਰ, ਇਹ ਧਰਮ ਹੈਗਾ ਪਾਏ। ਇਹ ਧਰਮ ਤਾਂ ਪਤਾ ਹੀ ਨਹੀਂ ਹੈ। ਧਰਮੀ ਧਰਮ ਕਰੇ ਗਵਾਵੇਂ ਮੰਗੇ ਮੋਖ ਦੁਆਰ। ਔਰ ਮੰਗਦੇ ਮੁਕਤੀ ਹੈ ਪਾਏ। ਇਹ ਤਾਂ ਉਹ ਹੋਇਆ ਵੀ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਆ ਨਿੰਮ ਦਾ ਰੁੱਖ ਲਾਈਏ ਅਤੇ ਕਹੀਏ ਵੀ ਅੰਬ ਲੱਗਣਗੇ ਇਹਨੂੰ। ਧਰਮੀ ਧਰਮ ਕਰੇ ਗਵਾਵੇਂ ਮੰਗੇ ਮੋਖ ਦੁਆਰ। ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਹੇ ਘਰ ਬਾਰ। ਹੋਰ ਕਹਿੰਦੇ ਆ ਜਤੀ ਕਹਿੰਦੇ ਆ ਆਪਣੇ ਆਪ ਨੂੰ। ਅਸੀਂ ਜਿਹੜੇ ਹੈਗੇ ਕੰਟਰੋਲ ਹੈ ਸਾਡਾ ਪੂਰਾ ਆਪਣੀਆਂ ਇੰਦਰੀਆਂ ਦੇ ਉੱਤੇ। ਜਤੀ ਸਦਾਵੇਂ ਜੁਗਤ ਨਾ ਜਾਣੇ। ਜੁਗਤੀ ਪਤਾ ਹੀ ਨਹੀਂ ਹੈ ਭਾਈ, ਮਨ ਨੂੰ ਕਿਵੇਂ ਟਰੈਪ ਕਰਨਾ ਹੈ। ਮਨ ਨੂੰ ਫੜਨ ਦੀ ਜੁਗਤੀ ਹੀ ਨਹੀਂ ਹੈ। ਛੱਡ ਬਹੇ ਘਰ ਬਾਰ, ਘਰ ਗ੍ਰਸਤੀ ਛੱਡ ਦਿੰਦੇ ਆ। ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ। ਕਹਿੰਦੇ ਸਾਰੇ ਦੇ ਸਾਰੇ ਆਪੋ ਆਪਣੇ ਉਹਦੇ ਵਿੱਚ ਜਿਹੜੇ ਹੈਗੇ ਆਪਣੇ ਕਲਟ ਦੇ ਵਿੱਚ ਆਪਣੇ ਜਿਹੜੇ ਹੈਗੇ ਜੋ ਵੀ ਉਹਨਾਂ ਦਾ ਧਰਮ ਦੇ ਨਾਮ ਤੇ ਜੋ ਕਰਮ ਕਰ ਰਹੇ ਆ ਉਹਨਾਂ ਦੇ ਵਿੱਚ ਸਾਰੇ ਮਜਾ ਲਿਆ। ਕੋਈ ਉਹਨਾਂ ਨੂੰ ਜਿਹੜਾ ਹੈਗਾ ਕੁਛ ਕਹਿ ਦੇ ਤੇ ਜਿਹੜਾ ਹੈਗਾ ਉਹ ਸੁੱਕਾ ਚਲੇ ਜਾਏ। ਸਾਰੇ ਕਹਿੰਦੇ ਆ ਬਿਲਕੁਲ 100%, ਮੋਰ ਦੈਨ 100% ਕਹਿੰਦੇ ਅਸੀਂ ਸਹੀ ਹੈਗੇ ਹਾਂ।
ਸਭ ਕੋ ਪੂਰਾ ਆਪੇ ਹੋਵੇ। ਆਪਣੇ ਆਪ ਕਹਿੰਦੇ ਆ, ਆਪਣੇ ਆਪ ਸਰਟੀਫਿਕੇਟ ਦਿੰਦੇ ਆ ਆਪਣੇ ਆਪ ਨੂੰ। ਘੱਟ ਨਾ ਕੋਈ ਆਖੇ, ਕੋਈ ਘੱਟ ਨਹੀਂ ਕਹਾਉਂਦਾ ਭਾਈ, ਕੋਈ ਘੱਟ ਨਹੀਂ ਕਹਾਉਂਦਾ। ਕੋਈ ਆਪਣਾ ਜਿਹੜਾ ਹੈਗਾ ਕਲਟ ਨਹੀਂ ਛੱਡਣਾ ਚਾਹੁੰਦਾ। ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ। ਪਰ ਪੱਤ ਪਰਵਾਣਾ ਪਿੱਛੇ ਪਾਈਏ, ਤਾਂ ਨਾਨਕ ਤੋਲਿਆ ਜਾਪੈ। ਕਹਿੰਦੇ ਭਾਈ ਉੱਥੇ ਮਾਲਕ ਨੇ ਜਿਹੜਾ ਹੈਗਾ, ਧਰਮਰਾਜ ਨੇ ਜਿਹੜਾ ਹੈਗਾ, ਉਹਨੇ ਤਾਂ ਭਾਈ ਪੱਤ ਦਾ ਪਰਵਾਣਾ ਪਾਉਣਾ ਹੈ। ਪਰਵਾਣਾ ਕਹਿੰਦੇ ਆ ਵਜਨ, ਵੱਟਾ। ਕਹਿੰਦੇ ਉਹ ਉੱਥੇ ਤਾਂ ਪੱਤ ਦੀ ਤੇਰੀ ਇੱਜ਼ਤ ਜਿਹੜੀ ਹੈਗੀ ਆ, ਤੂੰ ਦੱਸ ਬਈ ਕੀ ਕਰਕੇ ਆਇਆ, ਤੇਰੇ ਕਰਮ ਕਿਹੋ ਜਿਹੇ ਹੈਗੇ, ਤੂੰ ਜਿਹੜਾ ਹੈਗਾ ਪਰਮਾਤਮਾ ਦੀ ਭਗਤੀ ਕਿੰਨੀ ਕਿਸ ਤਰ੍ਹਾਂ ਕੀਤੀ ਹੈ, ਕਿੰਨੀ ਕੀਤੀ ਹੈ, ਉਹਦੇ ਨਾਲ ਪੱਤ ਹੋਣੀ ਆ ਭਾਈ। ਉਹ ਪਰਵਾਣਾ ਪੈਣਾ ਹੈ ਉੱਥੇ, ਉੱਥੇ ਉਸ ਦੇ ਨਾਲ ਪਰਖਿਆ ਜਾਣਾ ਹੈ। ਪੱਤ ਪਰਵਾਣਾ ਪਿੱਛੇ ਪਾਈਏ, ਤਾਂ ਨਾਨਕ ਤੋਲਿਆ ਜਾਪੈ। ਤਾਂ ਜਿਹੜਾ ਹੈਗਾ ਇਹ ਤੋਲਿਆ ਜਾਣਾ ਹੈ। ਉਸ ਜਗ੍ਹਾ 'ਤੇ ਜਿਹੜਾ ਹੈਗਾ ਫੇਲ ਹੋ ਜਾਂਦਾ ਇਨਸਾਨ। ਮਹੱਲਾ ਪਹਿਲਾ, ਵਧੀ ਸੁਵੱਜਗ ਨਾਨਕਾ, ਸੱਚਾ ਵੇਖੈ ਸੋਏ। ਕਹਿੰਦੇ ਭਾਈ ਦੇਖ, ਜੋ ਤੂੰ ਜਿਹੜਾ ਹੈਗਾ ਜੋ ਕਰ ਰਿਹਾ ਆ, ਵਧੀ ਸੁਵੱਜਗ, ਉਸੇ ਨੇ ਵੱਜਣਾ ਹੈਗਾ ਭਾਈ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਵੇਖ ਰਿਹਾ ਆ। ਮਾਲਕ ਪਰਮਾਤਮਾ ਦੀ ਕਸੌਟੀ ਹੈਗੀ ਆ ਭਾਈ। ਵਧੀ ਸੁਵੱਜਗ ਨਾਨਕਾ, ਸੱਚਾ ਵੇਖੈ ਸੋਏ। ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਸਾਰਿਆਂ ਨੇ ਛਾਲਾਂ ਮਾਰੀਆਂ ਹੈ, ਸਾਰੇ ਆਪੋ ਆਪਣੇ ਹਿਸਾਬ ਦੇ ਨਾਲ ਜਿਹੜੇ ਹੈਗੇ ਆ, ਸਾਰੇ ਜਿਹੜੇ ਹੈਗੇ ਆਪਣੇ ਆਪ ਨੂੰ 30 ਮਾਰਕਾਂ ਸਮਝ ਰਹੇ ਭਾਈ। ਪਰ ਕਰਤਾ ਕਰੇ ਸੋ ਹੋਏ। ਜੋ ਮਾਲਕ ਪਰਮਾਤਮਾ ਨੇ ਕੀਤਾ ਹੈ, ਉਹ ਮਾਲਕ ਪਰਮਾਤਮਾ ਨੇ, ਜੋ ਮਾਲਕ ਨੇ ਰਸਤਾ ਰੱਖਿਆ ਹੋਇਆ ਆ, ਉਸ ਰਸਤੇ ਦੇ ਉੱਤੇ ਜਾਵਾਂਗੇ ਆਪਾਂ, ਤਾਂ ਹੀ ਆਪਾਂ ਜਿਹੜੇ ਹੈਗੇ ਜੇ ਇਹ ਖੇਡ 'ਚੋਂ ਬਾਹਰ ਨਿਕਲ ਸਕਦੇ ਹਾਂ। ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਉਹ ਮਾਲਕ ਨੂੰ ਜਿਹੜਾ ਗੇਮ ਜਿਹੜੀ ਦੇਖਣ ਵਾਲਾ ਮਾਲਕ ਪਰਮਾਤਮਾ ਹੈ, ਉਹਨੇ ਜਿਹੜੀ ਹੈ ਕਸੌਟੀ ਉਹਦੀ ਹੈਗੀ ਆ। ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ। ਕਹਿੰਦੇ ਦੇਖ ਲਾ ਪਿਆਰਿਆ, ਇੱਥੇ ਜੋ ਤੇਰੀ ਜਾਤ ਹੈ, ਜੋ ਤੇਰੀ ਜੋਰ ਹੈਗੀ, ਜੋ ਤੂੰ ਇੱਥੇ ਜੋ ਤੇਰੇ ਕੋਲ ਪਾਵਰ, ਜੋ ਕੁਛ ਵੀ ਹੈਗਾ ਤੇਰੇ ਕੋਲ, ਉਹਨੇ ਅੱਗੇ ਨਹੀਂ ਜਾਣਾ। ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ। ਅੱਗੇ ਤਾਂ ਭਾਈ ਤੇਰਾ ਇੱਥੇ ਦਾ ਕੁਛ ਵੀ ਅੱਗੇ ਨਹੀਂ ਚੱਲਣਾ। ਅੱਗੇ ਨਵਾਂ ਹੀ ਜਿਹੜਾ ਹੈਗਾ, ਤੈਨੂੰ ਨਵਾਂ ਹੀ ਜਿਉ, ਨਵੀਂ ਚੀਜ਼ ਹੀ ਦੇਖਣ ਨੂੰ ਮਿਲਣੀ ਹੈ ਅੱਗੇ ਜਾ ਕੇ। ਅੱਗੇ ਜਿਉ ਨਵੇਂ। ਉੱਥੇ ਜਿਹੜਾ ਹੈਗਾ ਤੈਨੂੰ ਪਤਾ ਨਹੀਂ ਤੇਰੇ ਕੀ ਕਰਮ ਹੈਗੇ, ਔਰ ਕਿਸ ਹਿਸਾਬ ਦਾ ਤੈਨੂੰ ਸਰੀਰ ਮਿਲਣਾ ਹੈ, ਕਿ ਕਿਸ ਤਰ੍ਹਾਂ ਦੀ, ਕਿਸ ਵਾਤਾਵਰਨ, ਕਿੱਥੇ ਤੈਨੂੰ ਜਨਮ ਹੋਣਾ ਹੈ, ਕੀ ਕੁਛ ਮਿਲਣਾ ਹੈ, ਉਹ ਭਾਈ ਅੱਗੇ ਡਿਫਰੈਂਟ ਹੈਗਾ। ਸੇਮ ਇਹ ਚੀਜ਼ ਇੱਥੋਂ ਦੀ ਉੱਥੇ ਨਹੀਂ ਜਾਣੀ। ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ। ਜਿਨ ਕੀ ਲੇਖੇ ਪੱਤ ਪਵੈ, ਚੰਗੇ ਸਹੀ ਕੇ। ਜਿਨ੍ਹਾਂ ਦੀ ਪੱਤ ਜਿਹੜੀ ਹੈਗੀ ਆ, ਉਹ ਲੇਖੇ ਦੇ ਵਿੱਚ ਪੈ ਜਾਂਦੀ ਹੈ ਭਾਈ। ਜਿਹੜੇ ਧਿਆਨ ਸਿਮਰਨ ਕਰਦੇ ਆ, ਜਿਹੜੇ ਜੋ ਬ੍ਰਹਮ ਗਿਆਨ ਕਹਿ ਰਿਹਾ ਆ, ਜੋ ਮਾਲਕ ਨੇ ਰਸਤਾ ਰੱਖਿਆ ਆ, ਉਸ ਰਸਤੇ ਦੇ ਉੱਤੇ ਜਿਹੜੇ ਹੈਗੇ ਗੁਰੂ ਦੇ ਦੁਆਰਾ ਜਿਹੜੇ ਹੈਗੇ ਬ੍ਰਹਮ ਗਿਆਨ ਦੇ ਦੁਆਰਾ ਚੱਲਦੇ ਆ, ਅਤੇ ਉਹ ਚੰਗੇ ਗਿਣੇ ਜਾਂਦੇ ਆ ਭਾਈ। ਕੋਈ ਟਾਵੇਂ ਪੌੜੀ, ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾਂ ਤਿਨਹੀ ਖਸਮ ਤੇ ਆਇਆ। ਹੁਣ ਤੁਰੋਂ ਜਿਹੜਾ ਹੈਗਾ ਬਖਸ਼ਿਸ਼ ਹੋਣੀ ਆ ਮਾਲਕ ਪਰਮਾਤਮਾ ਦੀ। ਇਹ ਸਿੰਪਲ ਜਿਹੜੇ ਮੀਨਿੰਗ ਇਹਦੇ ਇਹੀ ਹੈਗੇ। ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾਂ ਤਿਨਹੀ ਖਸਮ ਤੇ ਆਇਆ। ਇਨ੍ਹਾਂ ਜਨਤਾ ਕੇ ਵਸ ਕਿਛ ਨਾਹੀਂ, ਤੁਧ ਵੇਖੀ ਜਗਤ ਉਪਾਇਆ। ਕਹਿੰਦੇ ਜਨਤਾ ਦੇ ਵਸ 'ਚ ਕੁਛ ਵੀ ਨਹੀਂ ਹੈ, ਤੂੰ ਬੜਾ ਜਿਹੜਾ ਹੈਗਾ ਤਰ੍ਹਾਂ ਦਾ ਜਿਹੜਾ ਹੈਗਾ ਇਹ ਸੰਸਾਰ ਪੈਦਾ ਕੀਤਾ ਹੈ। ਆਪਾਂ ਪੂਰੀ ਪੌੜੀ ਲੈ ਰਹੇ ਹਾਂ। ਇੱਕ ਨਾ ਨੂੰ ਤੂੰ ਮਿਲ ਲੈ, ਇੱਕ ਆਪੋਂ ਤੁਧ ਖਵਾਇਆ। ਕਹਿੰਦੇ ਇੱਕ ਨਾ ਨੂੰ ਤੂੰ ਮਿਲ ਲੈਣਾ ਹੈ ਮਾਲਕਾ, ਅਤੇ ਇੱਕ ਜਿਹੜੇ ਹੈਗੇ ਤੂੰ ਜਿਹੜਾ ਹੈਗਾ 84 ਲੱਖ ਦੇ ਵਿੱਚ ਪਾ ਦਿੰਦਾ ਹੈ। ਇੱਕ ਨਾ ਨੂੰ ਤੂੰ ਮਿਲ ਲੈ, ਇੱਕ ਆਪੋਂ ਤੁਧ ਖਵਾਇਆ। ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ। ਕਹਿੰਦੇ ਗੁਰੂ ਦੀ ਕਿਰਪਾ ਤੋਂ ਜਿਹੜਾ ਹੈਗਾ ਜਾਣਿਆ ਜਾਂਦਾ ਹੈ ਭਾਈ। ਸਹੀ ਰਸਤਾ ਪਤਾ ਲੱਗਦਾ ਹੈ। ਉਹ ਵੀ ਜਿਹੜਾ ਹੈਗਾ ਤੂੰ ਗੁਰੂ ਵੀ ਤੂੰ ਮਿਲਾਉਣਾ ਹੈ, ਤੂੰ ਆਪ ਹੀ ਬੁਝਾਉਣਾ ਹੈ। ਸਹਿਜੇ ਹੀ ਸੱਚ ਸਮਾਇਆ। ਇਹ ਸਹਿਜ ਦੇ ਨਾਲ ਸੱਚ ਦੇ ਵਿੱਚ ਸਮਾ ਜਾਂਦਾ ਹੈ, ਜਿਹਦੇ 'ਤੇ
ਗੁਰੂ ਦੀ ਕਿਰਪਾ ਤੋਂ ਜਿਹੜਾ ਜਾਣ ਲੈਂਦਾ ਹੈ ਉਹ ਜਿਹਨੂੰ ਤੂੰ ਬੁਝਾ ਦਿੰਦਾ ਹੈ। ਇਹ ਮਾਲਕ ਪਰਮਾਤਮਾ ਦੀ ਖੇਡ ਹੈਗੀ ਹੈ ਭਾਈ। ਇਹ ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ। ਇਹ ਜਿਹੜਾ ਕਰਮ ਜਿਹੜਾ ਹੈਗਾ ਇਹ ਬਖਸ਼ਿਸ਼ ਜਿਹੜੀ ਹੈਗੀ ਆ ਇਹਦੇ ਵਾਸਤੇ ਆਪਾਂ ਨੂੰ ਉਦਮ ਕਰਨਾ ਪੈਂਦਾ ਹੈ, ਇਹਦਾ ਪਾਤਰ ਬਣਨਾ ਪੈਂਦਾ ਹੈ, ਇਹਦੇ ਵਾਸਤੇ ਡਿਮਾਂਡ ਕਰਨੀ ਪੈਂਦੀ ਹੈ। ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ। ਇਹਨਾਂ ਜਨਤਾ ਕੇ ਵਸ ਕਿਛ ਨਾਹੀ ਤੁਧ ਵੇਖੀ ਜਗਤ ਉਪਾਇਆ। ਇਹ ਮਾਲਕ ਨੇ ਤਰ੍ਹਾਂ ਤਰ੍ਹਾਂ ਦਾ ਡਿਫਰੈਂਟ ਜਿਹੜਾ ਹੈਗਾ ਸੰਸਾਰ ਬਣਾਇਆ ਹੋਇਆ ਆ। ਸਾਰੀ ਖੇਡ ਨੂੰ ਮਾਲਕ ਦੇਖ ਰਿਹਾ ਹੈ, ਮਾਲਕ ਕਰ ਰਿਹਾ ਆ। ਔਰ ਜਿੱਥੇ ਜਿਹੜੀ ਗੋਟੀ ਜਾਣਾ ਚਾਹੁੰਦੀ ਹੈ ਮਾਲਕ ਉਸ ਗੋਟੀ ਨੂੰ ਉਸ ਜਗ੍ਹਾ 'ਤੇ ਰੱਖਦਾ ਹੈ ਉਹਦੀ ਡਿਮਾਂਡ ਦੇ ਅਨੁਸਾਰ। ਜਨਤਾ ਦੇ ਵਸ ਨਹੀਂ ਹੈਗਾ, ਕਰਨ ਵਾਲਾ ਮਾਲਕ ਹੈਗਾ, ਗੋਟੀ ਨੇ ਚਲਾਉਣ ਵਾਲਾ ਮਾਲਕ ਹੈਗਾ। ਇਹਨਾਂ ਜਨਤਾ ਕੇ ਔਰ ਡਿਮਾਂਡ ਆਪਣੀ ਹੈਗੀ ਆ। ਦੋਨੋਂ ਪਾਸੇ ਮਾਲਕ ਨੇ ਖੇਡ ਬਣਾਈ ਹੋਈ ਆ। ਜਿਹੜੇ ਪਾਸੇ ਆਪਾਂ ਜਾਣਾ ਚਾਹੁੰਦੇ ਹਾਂ ਉਸ ਪਾਸੇ ਨੂੰ ਚਾਲ ਉਹਨੂੰ ਮਾਲਕ ਜਿਹੜਾ ਹੈਗਾ ਉਸ ਨੂੰ ਚਲਾ ਦਿੰਦਾ ਹੈ। ਉਹਨੂੰ ਗੁਰੂ ਮਿਲਾ ਦਿੰਦਾ ਹੈ ਔਰ ਜਿਹੜਾ ਹੈਗਾ ਉਹਨੂੰ ਉਹਦੇ ਲਈ ਉਹੋ ਜਿਹਾ ਵਾਤਾਵਰਨ ਪੈਦਾ ਹੋ ਜਾਂਦਾ ਹੈ। ਇਹਨਾਂ ਜਨਤਾ ਕੇ ਬਸ ਕਿਛ ਨਾਹੀਂ ਤੁਧ ਵੇਖੀ ਜਗਤ ਉਪਾਇਆ। ਇਕਨਾਂ ਨੂੰ ਤੂੰ ਮੇਲ ਲੈ ਇੱਕ ਆਪੋਂ ਤੁਧ ਖੁਆਇਆ। ਮਾਲਕ ਦਾ ਦੋਨੋਂ ਗੇਮ ਹੈਗੀ, ਦੋਨੋਂ ਪ੍ਰੋਵੀਜ਼ਨ ਹੈਗੇ ਭਾਈ। ਦੋਨੋਂ ਪਾਸੇ ਜਿਹੜਾ ਹੈਗਾ ਉਹ ਮਾਲਕ ਕੰਟਰੋਲਰ ਮਾਲਕ ਹੀ ਹੈਗਾ ਦੋਨੋਂ ਪਾਸਿਆਂ ਦਾ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਸਹਿਜ ਹੀ ਸੱਚ ਸਮਾਇਆ। ਸਹਿਜ ਦੇ ਨਾਲ ਸੱਚ ਸਮਾਈ ਹੋ ਜਾਂਦੀ ਹੈ। ਇਹ ਜੀ 11 ਹੋ ਗਈਆਂ ਪੌੜੀਆਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਖਾਲਸਾ, ਵਾਹਿਗੁਰੂ ਫਤਿਹ। ਭਾਈ ਸਾਹਿਬ ਜੀ, ਸਾਰੀ ਸੰਗਤ ਨੂੰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਹਾਂਜੀ ਹਾਂਜੀ ਮੈਂ 1 ਮਿੰਟ ਲਊਂਗਾ ਜੀ। ਹਾਂਜੀ ਹਾਂਜੀ ਮੈਂ ਸੋਚ ਰਿਹਾ ਸੀ ਜੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀਗੀ ਹਾਂਜੀ ਬਈ ਆਪਣੀ ਜਿਹੜੀ ਸੁੱਧ ਬੁੱਧ ਆ ਨਾ, ਹਾਂਜੀ ਮੈਂ ਥੋੜਾ ਜਿਹਾ ਬਲੈਂਕ ਹੋ ਗਿਆ ਸੀਗਾ ਥੋੜੇ ਮਿੰਟ ਲਈ। ਹਾਂਜੀ ਹਾਂਜੀ ਤੇ ਆਪਣੇ ਅਕਾਲ ਪੁਰਖ ਦੀ ਬਹੁਤ ਆਪਣੇ ਤੇ ਕਿਰਪਾ ਹੈਗੀ ਆ, ਕਿਉਂਕਿ ਆਪਾਂ ਗਰਾਂਟਡ ਸਮਝਦੇ ਹਾਂ ਵੀ ਆਪਾਂ ਨੂੰ ਸੁੱਧ ਬੁੱਧ ਹਮੇਸ਼ਾ ਰਹੂਗੀ, ਹੈ ਨਾ। ਤੇ ਆਪਣਾ ਫੋਨ ਵੀ ਔਨ ਕਰਦੇ ਆ, ਕੰਪਿਊਟਰ ਵੀ ਔਨ ਕਰਦੇ ਆ, ਸਾਰਾ ਕੁਛ ਕਰਦੇ ਆ, ਹਨਾ। ਇਹ ਗਰਾਂਟਡ ਨਹੀਂ ਹੈਗਾ। ਬਿਲਕੁਲ ਗਰੰਟਡ ਨਹੀਂ ਹੈਗਾ ਜੀ, ਬਿਲਕੁਲ ਗਰੰਟਡ ਨਹੀਂ ਹੈਗਾ। ਔਰ ਆਪਣੇ ਸਾਹਮਣੇ ਹੈਗੇ ਸਾਰੇ, ਆਪਾਂ ਦੇਖ ਰਹੇ ਹਾਂ ਜਿਹੜੇ ਹੈਗੇ ਕਈਆਂ ਦੀ ਜਿਹੜਾ ਹੈਗਾ ਕੁਛ ਜਿਹੜਾ ਹੈਗਾ ਮਾਲਕ ਪਰਮਾਤਮਾ ਲੈ ਲੈਂਦਾ, ਕੋਈ ਕਿਸੇ ਦੀ ਕੁਛ ਲੈ ਲੈਂਦਾ ਹੈ, ਤੇ ਬਿਲਕੁਲ ਸਾਹਮਣੇ ਅੱਖਾਂ ਦੇ ਹੈਗਾ ਸਾਰਾ ਕੁਛ। ਫੜ ਕੇ ਖਾਓ। ਹਾਂਜੀ ਹਾਂ ਬਿਲਕੁਲ। ਇਹ ਤਾਂ ਜੇ ਆਪਾਂ ਸਲਾਮਤ ਹੈਗੇ ਤੇ ਭਾਈ ਆਪਾਂ ਉਹਨੂੰ ਜਿਹੜਾ ਹੈਗਾ ਕਰ ਲਈਏ, ਆਪਾਂ ਜਿਹੜੇ ਹੈਗੇ ਆ ਉਪਯੋਗ ਕਰ ਲਈਏ ਸਮਾਂ ਜਿਹੜਾ ਮਾਲਕ ਪਰਮਾਤਮਾ ਨੇ ਦਿੱਤਾ ਹੈ ਆਪਾਂ ਨੂੰ। ਮੋਹਲਤ ਮਿਲੀ ਹੈ ਜੀ। ਹਾਂ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ, ਮੋਹਲਤ ਮਿਲੀ ਹੋਈ। ਵਾਹਿਗੁਰੂ